हेलो दोस्तों वेलकम टू सिद्धि पंजाब। तो ਅੱਜ ਆਪਾਂ 24 ਤੋਂ ਲੈ ਕੇ 26 ਜੂਨ ਤੱਕ ਦੇ ਜਿਹੜੇ ਇੰਪੋਰਟੈਂਟ ਕਰੰਟ ਅਫੇਅਰਸ ਹੈ ਉਹ ਡਿਸਕਸ ਕਰਨ ਵਾਲੇ हैं फॉर ऑल द सिविल सर्विसेज एग्जामिनेशन दैट यू आर प्रिपेयरिंग दिस करंट अफेयर्स डिस्कशन इज वेरी इंपॉर्टेंट फॉर यू। ਅੱਗੇ ਵਧਣ ਤੋਂ ਪਹਿਲਾਂ आई वांट टू ਟੈਲ ਯੂ ਆਲ ਕਿ ਸਾਡਾ ਮੈਂਟਰਸ਼ਿਪ ਪ੍ਰੋਗਰਾਮ ਚੱਲ ਰਿਹਾ ਹੈ ਜਿਹਦੇ ਵਿੱਚ me that is Snigdha Singla Punjab PCS rank 19 and also appeared in UPSC multiple interviews. I'll be guiding you personally to how to develop those skills ਜਿਹਦੇ ਨਾਲ ਤੁਹਾਡਾ ਪੇਪਰ ਕਲੀਅਰ ਹੋਏਗਾ। ਰਾਈਟ, ਦੇਖੋ ਬਹੁਤ ਸਾਰੇ ਲੱਖਾਂ ਬੱਚੇ ਹਰ ਸਾਲ ਤਿਆਰੀ ਕਰਦੇ ਨੇ ਬਟ देयर आर ओनली अ फ्यू हंड्रेड्स हु एक्चुअली क्लियर द एग्जाम। ਰਾਈਟ, तो ਫਰਕ ਕਿੱਥੇ ਪੈਂਦਾ ਹੈ? ਉਹ ਬੱਚੇ ਜਿਹੜੇ ਕਲੀਅਰ ਕਰ ਪਾਉਂਦੇ ਹੈ ਤੇ ਉਹਨਾਂ ਬੱਚਿਆਂ 'ਚ ਜਿਹੜੇ ਕਿ ਇਸ ਵੇ ਐਗਜ਼ਾਮ ਦੇ ਵਿਸ਼ੀਅਸ ਸਾਈਕਲ ਵਿੱਚ ਫਸੇ ਰਹਿੰਦੇ ਨੇ, ਅਗੇਨ ਐਂਡ ਅਗੇਨ ਦੇ ਆਰ ਫੇਲਿੰਗ, ਦੇ ਆਰ ਨਾਟ ਏਬਲ ਟੂ ਗੈਟ ਦੀ ਰਿਜ਼ਲਟ ਡਿਸਪਾਈਟ ਵਰਕਿੰਗ ਹਾਰਡ। ਰਾਈਟ, ਤਾਂ ਫਰਕ ਇਸੇ ਚੀਜ਼ ਦਾ ਹੁੰਦਾ ਹੈ ਦੈਟ ਹਾਊ ਟੂ ਡੂ ਇਟ, ਕਰਨਾ ਕੈਸੇ ਹੈ, ਇਹਦੀ ਜਾਣਕਾਰੀ ਇਹ ਬੱਚਿਆਂ ਨੂੰ ਨਹੀਂ ਮਿਲ ਪਾਉਂਦੀ। ਰਾਈਟ, ਦੇਰ ਆਰ ਸਮ ਸਟੂਡੈਂਟਸ ਹੂ ਆਰ ਫੋਰਚੂਨੇਟ, ਘਰੇ ਆ ਤਾਂ ਪੈਰੈਂਟਸ ਪੜ੍ਹੇ ਲਿਖੇ ਤੇ ਹੈਲਪਫੁਲ ਹੁੰਦੇ ਨੇ, ਸਿਬਲਿੰਗਸ UPSC ਦੀ ਤਿਆਰੀ ਕਰ ਰਹੇ ਹੁੰਦੇ ਆ ਜਾਂ ਕੁਛ ਇਹੋ ਜਿਹਾ ਕਨੈਕਸ਼ਨ ਹੁੰਦਾ ਹੈ ਵੇਅਰ ਦੇ ਗੈਟ ਪ੍ਰੋਪਰ ਗਾਈਡੈਂਸ, ਬਟ ਮੋਸਟ ਆਫ ਅਸ ਲੈਕ ਦੈਟ ਗਾਈਡੈਂਸ ਜਿਹਦੀ ਵਜ੍ਹਾ ਤੋਂ ਅਸੀਂ ਬਾਰੀ ਫੇਲ ਹੁੰਦੇ ਰਹਿੰਦੇ ਹੈ, ਸਾਲਾਂ ਤੱਕ ਪੜ੍ਹਦੇ ਰਹਿੰਦੇ ਆ ਫਿਰ ਵੀ ਕੁਛ ਰਿਜ਼ਲਟ ਪ੍ਰੋਡਿਊਸ ਨਹੀਂ ਕਰ ਪਾਉਂਦੇ। ਰਾਈਟ, ਸੋ ਇਹੋ ਜਿਹੇ ਬੱਚਿਆਂ ਨੂੰ ਹੀ ਹੈਲਪ ਕਰਨ ਲਈ ਇਹ 3 month हैंड होल्डिंग प्रोग्राम I have started where I will be giving you webinars ਤੇ sessions ਜਿੱਥੇ general guidelines I will be giving you ਕਿ ਹਰ ਚੀਜ਼ ਕਰਨੀ ਕਿਵੇਂ ਹੈ, ਨਿਊਜ਼ਪੇਪਰ ਕਿਵੇਂ ਪੜ੍ਹਨਾ ਹੈ, ਨੋਟਸ ਕਿਵੇਂ ਬਣਾਉਣੇ ਨੇ, ਸਿਲੇਬਸ ਨੂੰ ਕਿਵੇਂ ਐਨਾਲਾਈਜ਼ ਕਰਨਾ ਹੈ, ਪ੍ਰੀਵੀਅਸ ਈਅਰ ਕੁਐਸਚਨਸ ਨੂੰ ਕਿਵੇਂ ਯੂਟਿਲਾਈਜ਼ ਕਰਨਾ ਹੈ, ਸ਼ੈਡਿਊਲ ਕਿਵੇਂ ਬਣਾ ਸਕਦੇ ਹੋ ਆਪਦੀ ਰਿਕੁਆਇਰਮੈਂਟਸ ਦੇ ਅਕੋਰਡਿੰਗ, ਤੁਸੀਂ ਵਰਕਿੰਗ ਹੋ ਨਾਨ ਵਰਕਿੰਗ ਹੋ, 2 ਸਾਲ ਦਾ ਸ਼ੈਡਿਊਲ ਬਣਾਉਣਾ 1 ਸਾਲ ਦਾ ਜਾਂ 9 ਮਹੀਨੇ ਦਾ, ਤਾਂ ਕਿਵੇਂ ਉਸ ਨੂੰ ਕਰ ਸਕਦੇ ਹੋ। all of that will be discussed in this program and apart from that ਜਿਹੜਾ ਕਿ ਤੁਹਾਨੂੰ ਹੋਰ ਕਿਸੇ ਪ੍ਰੋਗਰਾਮ ਵਿੱਚ ਨਹੀਂ ਮਿਲੇਗਾ that is 1-to-1 discussion। ਤੁਸੀਂ ਆਪਦੇ ਇਸ਼ੂਜ਼ ਮੇਰੇ ਨਾਲ ਪਰਸਨਲੀ ਡਿਸਕਸ ਕਰ ਸਕਦੇ ਹੋ ਓਵਰ ਅ ਵੀਡੀਓ ਕਾਲ, ਓਵਰ ਅ ਮੀਟਅਪ ਔਰ ਓਵਰ ਅ ਫੋਨ ਕਾਲ, ਜਿਸ ਵੀ ਮੀਡੀਅਮ 'ਚ ਤੁਸੀਂ ਕੰਫਰਟੇਬਲ ਹੋ। ਯੂ ਕੈਨ ਸ਼ੋ ਮੀ ਯੋਰ ਪ੍ਰੋਗਰੈਸ, ਯੂ ਕੈਨ ਸ਼ੋ ਮੀ ਯੋਰ ਨੋਟਸ, ਹਰ ਚੀਜ਼ ਤੁਹਾਡੀ ਪਰਸਨਲ ਲੈਵਲ 'ਤੇ I'll be analyzing it। right, market ਵਿੱਚ ਬਹੁਤ program ਹੋ ਸਕਦੇ ਆ but nobody will give you this, especially a ranker seeing your performance at a personal level। right, so choose wisely, enroll now, बहुत ही अच्छा program है, the link is in the description box, check the description box for details। right, if you face any issue with regard to enrollment just message us at this number। ਤੁਹਾਨੂੰ ਕੋਈ ਵੀ query, ਕੋਈ ਵੀ issue you are facing in your preparation or with regard to this program, or we have test series also, then WhatsApp at this number, we will be there to help you। right, let's start with the discussion। ਤਾਂ ਇਹ 6 ਇੰਪੋਰਟੈਂਟ ਟੌਪਿਕਸ ਹੈ ਜਿਹੜੇ ਅੱਜ ਆਪਾਂ ਕਵਰ ਕਰਨੇ ਹੈ। ਚਾਈਨਾ ਅਗੇਨ ਬਲੌਕਸ ਟੈਰਰਿਸਟ ਬਲੈਕ ਲਿਸਟਿੰਗ ਐਟ UN, ਡਿਟੇਲ 'ਚ ਦੇਖਾਂਗੇ ਟੌਪਿਕ ਕਿਆ ਹੈ, IR ਦੇ ਪਰਸਪੈਕਟਿਵ ਤੋਂ ਕਾਫੀ ਇੰਪੋਰਟੈਂਟ ਹੈ UN ਰਿਫਾਰਮਸ ਦੇ ਟੌਪਿਕ ਲਈ। ਰਾਈਟ, ਉਸ ਤੋਂ ਬਾਅਦ ਕੈਬਨਿਟ ਸਬ ਪੈਨਲ ਆਰਡਰਸ, ਸੋਸ਼ਲ ਆਡਿਟ ਆਫ ਪੰਚਾਇਤਸ, ਬਹੁਤ ਹੀ ਇੰਪੋਰਟੈਂਟ ਟੌਪਿਕ ਹੈ ਤੁਹਾਡੇ ਗਵਰਨੈਂਸ GS2 ਦੇ ਪਾਰਟ ਦਾ। ਸੋ ਡਿਟੇਲ 'ਚ ਇਹਦੇ ਨੋਟਸ ਮੈਂ ਤੁਹਾਨੂੰ ਪ੍ਰੋਵਾਈਡ ਕਰ ਰਹੀ ਹਾਂ ਅੱਜ। इंडिया US रिलेशंस वेरी इंपॉर्टेंट अगेन, IR ਦੇ ਪਰਸਪੈਕਟਿਵ ਤੋਂ ਬਹੁਤ ਇੰਪੋਰਟੈਂਟ ਹੈ। ਇੰਡੀਆ US ਹਮੇਸ਼ਾ ਹੀ ਸਾਡੀ ਸਟ੍ਰੈਟੇਜਿਕ ਪਾਰਟਨਰਸ਼ਿਪ ਰਹੀ ਹੈ, ਬਹੁਤ ਇੰਪੋਰਟੈਂਟ ਹੈ। ਆਪਾਂ 3-4 ਦਿਨ ਤੋਂ ਆਲਰੇਡੀ ਇਹ 'ਤੇ ਕਾਫੀ ਡਿਵੈਲਪਮੈਂਟਸ ਡਿਸਕਸ ਕੀਤੀਆਂ ਹੈ ਬਟ ਹੁਣ ਮੋਦੀ ਜੀ US ਗਏ ਹੋਏ ਸੀ ਤਾਂ ਫਾਈਨਲ ਆਊਟਕਮ ਆਏ ਨੇ 5 ਬ੍ਰੌਡ ਕੈਟਾਗਰੀਜ਼ 'ਚ ਜਿਹੜੇ ਡਿਵਾਈਡਡ ਨੇ, ਤਾਂ ਉਹ ਸਾਰੇ ਅਗਰੀਮੈਂਟਸ ਆਪਣੇ ਲਈ ਇੰਪੋਰਟੈਂਟ ਹੋ ਜਾਂਦੇ ਹੈ। ਉਹ ਸਭ ਅੱਜ ਆਪਾਂ ਡਿਸਕਸ ਕਰਾਂਗੇ। ਰਾਈਟ, ਦੈਨ ਮੋਦੀ ਗਵਰਨਮੈਂਟ, I mean, this news is not as such important, but Naxalism as a topic is very important for our security part, right? GS3, GS4 'ਚ ਇਸ ਤਰੀਕੇ ਦੇ questions ਪੁੱਛੇ ਜਾਂਦੇ ਨੇ, GS2 ਵਿੱਚ ਵੀ ਪੁੱਛੇ ਜਾ ਸਕਦੇ ਹੈ। ਰਾਈਟ, ਸੋ ਇਹ ਟੌਪਿਕ ਮੈਂ ਆਲਰੇਡੀ ਬਹੁਤ ਹੀ ਡਿਟੇਲ 'ਚ ਪਹਿਲਾਂ ਡਿਸਕਸ ਕਰ ਚੁੱਕੀ, ਮੈਂ ਉਸ ਵੀਡੀਓ ਦਾ ਤੁਹਾਨੂੰ ਲਿੰਕ ਪ੍ਰੋਵਾਈਡ ਕਰੂੰਗੀ, ਯੂ ਕੈਨ ਗੋ ਥਰੂ ਦੈਟ ਇਫ ਯੂ ਹੈਵ ਮਿਸਡ ਦੈਟ ਡਿਸਕਸ਼ਨ। ਠੀਕ ਹੈ ਜੀ, ਉਹ ਤੋਂ ਬਾਅਦ ਪੰਜਾਬ ਦੀ ਟੂਰਿਜ਼ਮ ਮਿਨਿਸਟਰ ਨੇ ਪੰਜਾਬ ਵਿੱਚ ਟੂਰਿਜ਼ਮ ਵਧਾਉਣ ਲਈ ਇਹ ਇਨੀਸ਼ੀਏਟਿਵ ਲਿੱਤਾ ਹੈ, ਤਾਂ ਇਹਨੂੰ ਥੋੜ੍ਹਾ ਜਿਹਾ ਡਿਸਕਸ ਕਰ ਲਵਾਂਗੇ, ਆਨਸਰਸ 'ਚ ਯੂਜ਼ ਕਰ ਸਕਦੇ ਹੈ। ਐਂਡ ਫਾਈਨਲੀ ਪ੍ਰੀ ਦੇ ਪਰਸਪੈਕਟਿਵ ਤੋਂ ਇੰਪੋਰਟੈਂਟ ਇਹ ਟੌਪਿਕ ਸਾਹਿਤਿਆ ਅਕੈਡਮੀ ਅਨਾਊਂਸਿਸ ਪੁਰਸਕਾਰਸ, ਤਾਂ ਸਾਹਿਤਿਆ ਅਕੈਡਮੀ ਇੰਪੋਰਟੈਂਟ ਹੈ, ਇਹ ਪੁਰਸਕਾਰ ਇਸ ਸਾਲ ਦੇ ਜੋ ਮਿਲੇ ਹੈ ਉਹ ਇੰਪੋਰਟੈਂਟ ਹੈ। ਰਾਈਟ, ਸੋ ਯੂਜਲੀ ਦੇਖੋ ਤੁਸੀਂ ਨਿਊਜ਼ਪੇਪਰ ਜ਼ਿਆਦਾ ਮੇਨਸ ਦੇ ਪਰਸਪੈਕਟਿਵ ਤੋਂ ਯੂਜ਼ ਕਰਨਾ ਹੁੰਦਾ ਹੈ, ਪ੍ਰੀ ਲਈ ਕੁਛ ਹੀ ਇੰਪੋਰਟੈਂਟ ਟੌਪਿਕਸ ਹੁੰਦੇ ਹੈ, ਕੁਛ ਇੰਪੋਰਟੈਂਟ ਏਰੀਆਜ਼ ਹੁੰਦੇ ਆ ਜਿਹੜੇ ਤੁਹਾਡੇ ਰੈਲੇਵੈਂਟ ਹੁੰਦੇ ਹੈ।
ਰਾਈਟ। ਸੋ ਇਹ ਵੀ ਸਾਰਾ ਆਪਾਂ ਮੈਂਟਰਸ਼ਿਪ ਪ੍ਰੋਗਰਾਮ 'ਚ ਤੁਹਾਨੂੰ ਡਿਟੇਲ ਵਿੱਚ ਦੱਸਾਂਗੇ ਦੈਟ ਵਿਚ ਟੌਪਿਕਸ ਆਰ ਇੰਪੋਰਟੈਂਟ ਫॉर ਪ੍ਰੀਲਿਮਸ ਐਂਡ ਵਿਚ ਆਰ ਇੰਪੋਰਟੈਂਟ ਫॉर UPSC ਮੇਨਸ ਔਰ TPSC ਮੇਨਸ, ਤੇ ਉਹਨਾਂ ਦੇ ਨੋਟਸ ਅੱਡ-ਅੱਡ ਕਿਵੇਂ ਬਣਾਉਣੇ ਹੈ, ਪ੍ਰੀਲਿਮ ਸਪੈਸੀਫਿਕ ਅੱਡ, ਮੇਨ ਸਪੈਸੀਫਿਕ ਅੱਡ। Right, so for that purpose only I am stressing on this program. This program is going to streamline your entire preparation. ਸਾਲਾਂ ਤੋਂ ਪੜ੍ਹ ਰਹੇ ਹੋਂਗੇ ਬਟ ਰਿਜ਼ਲਟ ਕਦੇ ਨਹੀਂ ਮਿਲਿਆ। Try this program for once, you will definitely see a difference in your preparation. You will see ਕਿ ਤੁਹਾਡੀ preparation ਜਿਹੜੀ ਆ ਉਹ ਤੁਹਾਡੇ ਦਿਮਾਗ ਵਿੱਚ ਵੀ ਫਿੱਟ ਹੋ ਰਹੀ ਹੈ after joining this program. Right, you must have tried nutrition coaches, your gymming coaches you must have utilized, but here I am presenting before you civil services coach. Right, this will help you build your civil services skills that are very relevant for anyone to clear the exam. So join the program now. Right, let's start with our first topic, that is China's petty tactics, UN blacklisting of terrorist blog. ਦੇਖੋ ਮੈਂ ਤੁਹਾਨੂੰ ਪਹਿਲਾਂ ਵੀ UN ਬਾਰੇ ਕਾਫੀ ਦੱਸਿਆ ਹੋਇਆ ਹੈ। UN ਜਿਹੜਾ ਸੀ ਐਜ਼ ਐਨ ਇੰਸਟੀਟਿਊਟ ਬਣਿਆ ਸੀ 1945 ਚ after the end of World War II, and the basic aim of UN was to establish peace and prosperity to prevent another world war. ਰਾਈਟ, ਬਟ UN ਦਾ ਇੱਕ ਬਹੁਤ ਵੱਡਾ ਡਰਾਬੈਕ ਸੀ ਕਿ UN ਨੇ ਵੀਟੋ ਪਾਵਰ ਦਿੱਤੀ ਸੀ 5 ਮੈਂਬਰਸ ਨੂੰ, ਜਿਨ੍ਹਾਂ ਨੂੰ ਆਪਾਂ P5 ਮੈਂਬਰਸ ਦੇ ਨਾਮ ਤੋਂ ਜਾਣਦੇ ਹਾਂ। ਰਾਈਟ ਨਾ, ਹੁਣ ਇਸ ਇਸ਼ੂ 'ਚ ਇਹਦੇ ਵਜ੍ਹਾ ਤੋਂ ਵੀਟੋ ਪਾਵਰ ਦੀ ਵਜ੍ਹਾ ਤੋਂ ਇਸ਼ੂ ਕਿਆ ਕ੍ਰੀਏਟ ਹੋਇਆ that these 5 countries which includes USA, China and 3 other countries ਜੋ ਕਿ ਤੁਸੀਂ ਮੈਨੂੰ ਦੱਸੋਗੇ, right, these 5 countries they have the power to say no to any resolution that is being passed or presented in UN. ठीक है, ਤਾਂ ਚਾਈਨਾ क्या ਕਰਦਾ ਹੈ ਹਰ ਵਾਰ ਜਦ ਇੰਡੀਆ ਜਾਂ USA ਕੋਈ ਇੰਪੋਰਟੈਂਟ ਰੈਜ਼ੋਲੂਸ਼ਨ ਸਪੈਸ਼ਲੀ ਟੈਰਰਿਸਟ ਦੇ ਅਗੇਂਸਟ ਲਿਆਉਣ ਦੀ ਕੋਸ਼ਿਸ਼ ਕਰਦਾ ਹੈ, ਟੈਰਰਿਸਟ ਨੂੰ ਬਲੈਕਲਿਸਟ ਕਰਨ ਲਈ, ਉਹਨਾਂ ਦੀ ਫੰਡਿੰਗ ਸੋਰਸਿਸ ਨੂੰ ਬਲੌਕ ਕਰਨ ਲਈ, ਬੰਦ ਕਰਨ ਲਈ, ਇਨਵੈਸਟੀਗੇਟ ਕਰਨ ਲਈ, ਤਦ ਚਾਈਨਾ ਪਾਕਿਸਤਾਨ ਦੀ ਹੈਲਪ ਕਰਨ ਲਈ ਇਹਨਾਂ ਸਭ ਟੈਰਰਿਸਟ ਦੀ ਬਲੈਕਲਿਸਟਿੰਗ ਰੋਕ ਦਿੰਦਾ ਹੈ। ਰਾਈਟ, ਕੁਛ ਨਾ ਕੁਛ ਫालतू ਜਿਹਾ ਰੀਜ਼ਨ ਦੇਣਗੇ ਐਂਡ ਦੇ ਬਲੌਕ that resolution. ਰਾਈਟ, ਸੋ UN ਜਿਹੜਾ ਬਣਿਆ ਸੀ ਪੀਸ ਤੇ ਸਿਕਿਉਰਿਟੀ ਦੁਨੀਆ ਵਿੱਚ ਇਨਸ਼ੋਰ ਕਰਨ ਲਈ, now it is being used by these member countries for their vested interest, ਆਪਦੇ personal interest ਲਈ, ਆਪਦੇ geopolitical interest ਨੂੰ forward ਕਰਨ ਲਈ they are using this international organization. Right, so such blocking of the resolutions meant to control terrorism in the world by China is an indicator of the failure of UN and also an indicator of the need for reforms in the UN. ਜਿਹੜਾ ਆਪਾਂ ਬਾਰੀ-ਬਾਰੀ ਕਹਿੰਦੇ ਰਹਿੰਦੇ ਆ ਕਿ UN 'ਚ ਰਿਫਾਰਮਸ ਦੀ ਜ਼ਰੂਰਤ ਹੈ, this is an example ਕਿ why India is saying ਕਿ ਵੀਟੋ ਪਾਵਰ ਨੂੰ ਚੇਂਜ ਕਰੋ ਜਾਂ UN ਸਿਕਿਉਰਿਟੀ ਕਾਉਂਸਲ ਦੇ ਸਟਰਕਚਰ 'ਚ ਚੇਂਜਸ ਲਿਆਏ ਜਾਣ। ਰਾਈਟ, ਸੋ the architecture of global counter terrorism is weak, ਇਹ ਵੀ ਸ਼ੋਕੇਸ ਹੁੰਦਾ ਹੈ ਇਹ ਤੋਂ, ਜਿਹੜਾ ਆਪਾਂ ਗਲੋਬਲ ਲੈਵਲ ਤੇ ਟੈਰਰਿਜ਼ਮ ਦੇ ਅਗੇਂਸਟ ਫਾਈਟ ਲੜ ਰਹੇ ਹਾਂ that is weak. This is also being shown by this instance where China is blocking again and again the terrorists that we are listing. Right, it is also a failure of internationalism. Internationalism ਦਾ ਮਤਲਬ क्या ਹੈ, ਉਹ ਸਪਿਰਿਟ ਵਿੱਚ ਜਿੱਥੇ ਸਾਰੀ ਕੰਟਰੀਜ਼ ਕੋਸ਼ਿਸ਼ ਕਰਦੀਆਂ ਹੈ ਇਕੱਠੇ ਆ ਕੇ ਗਲੋਬਲ ਇਸ਼ੂਜ਼ ਨੂੰ ਸੋਲਵ ਕਰਨ ਦਾ। ਟੈਰਰਿਜ਼ਮ ਇਜ਼ ਅ ਗਲੋਬਲ ਇਸ਼ੂ ਕਿਉਂਕਿ ਹਰ ਕੰਟਰੀ ਟੈਰਰਿਜ਼ਮ ਤੋਂ ਇਫੈਕਟਡ ਹੈ ਇਨ ਸਮ ਵੇ ਔਰ ਦੀ ਅਦਰ। USA 'ਚ ਵੀ ਅਟੈਕ ਹੋਏ ਹੈ, ਯੂਰਪ 'ਚ, ਫਰਾਂਸ, ਬ੍ਰਿਟਨ, ਹਰ ਜਗ੍ਹਾ ਤੇ ਅਟੈਕ ਹੋਏ ਹੈ। ਇੰਡੀਆ, ਸਾਡੇ ਸਾਊਥ ਏਸ਼ੀਆ 'ਚ ਤਾਂ ਬਹੁਤ ਹੀ ਜ਼ਿਆਦਾ ਅਟੈਕਸ ਹੈ, ਬੰਗਲਾਦੇਸ਼, ਸ਼੍ਰੀਲੰਕਾ, ਐਵਰੀਵੇਅਰ ਯੂ ਸੀ। ਰਾਈਟ, ਸੋ ਇੰਟਰਨੈਸ਼ਨਲਿਜ਼ਮ ਦਾ ਮਤਲਬ ਇਹੀ ਹੁੰਦਾ ਹੈ ਕਿ ਸਾਰੀ ਵਰਲਡ ਜਿਹੜਾ ਹੈ ਮਿਲ ਕੇ ਇਹਨਾਂ ਗਲੋਬਲ ਇਸ਼ੂਜ਼ ਨੂੰ ਐਡਰੈਸ ਕਰੇ। ਬਟ ਜਦੋਂ ਇੱਕ ਕੰਟਰੀ ਆਪਦੇ ਇੰਟਰਸਟ ਵਾਸਤੇ ਐਡੀ ਵੱਡੀ ਰੈਜ਼ੋਲੂਸ਼ਨ ਬਲੌਕ ਕਰ ਰਹੀ ਹੈ, that means it is also an indicator of failure of internationalism. Right, and UN also stands for internationalism also. Right, it is a body that is meant to bring about cooperation on international issues and it is again failing on internationalism as well. Right, ਸੋ ਇਸ ਤਰੀਕੇ ਨਾਲ ਤੁਸੀਂ ਇਹ ਐਗਜ਼ਾਮਪਲ ਯੂਜ਼ ਕਰ ਸਕਦੇ ਹੋ। UN ਰਿਫਾਰਮਸ ਤੇ ਕੁਐਸਚਨ ਆਵੇ, ਇੰਟਰਨੈਸ਼ਨਲਿਜ਼ਮ ਤੇ ਕੁਐਸਚਨ ਆਵੇ, there you can use this. Right, it is a very good and very impressive example, so use it wisely. ठीक है, this is also an example of the impact on India China ties.
ਤੁਹਾਨੂੰ ਇੰਡੀਆ ਚਾਈਨਾ ਟਾਈਜ਼ ਤੇ ਕੁਐਸਚਨ ਆ ਸਕਦਾ ਹੈ। ਦੈਨ ਇਫ ਯੂ ਹੈਵ ਟੂ ਸ਼ੋ ਕਿ ਇਸ਼ੂਜ਼ ਕਿਆ ਹੈ ਇੰਡੀਆ ਚਾਈਨਾ ਦੇ ਰਿਲੇਸ਼ਨਸ ਵਿੱਚ, ਯੂ ਕੈਨ ਗਿਵ ਵਨ ਐਗਜ਼ਾਮਪਲ ਆਫ their relation at UN ਤੇ ਕਿਵੇਂ ਚਾਈਨਾ again and again it is blocking India's efforts to control terrorism. This will only worsen India China ties. It will only aggravate or increase the hostility that both countries have for each other, right? So this is also one point that you can add into India China issues, right? That is how you can use it. Now next topic, cabinet sub panel orders social audit of panchayats। ठीक है जी, social audit ਜੋ ਹੈ ਇੰਟਰੋਡਿਊਸ ਕੀਤਾ ਹੈ। ਦਿਸ ਇਜ਼ ਅ ਵੈਰੀ ਇੰਪੋਰਟੈਂਟ ਟੌਪਿਕ ਤੁਹਾਡੇ ਗਵਰਨੈਂਸ ਪਾਰਟ ਦਾ, GS2 ਪਾਰਟ ਦਾ। ਦਿਸ ਇਜ਼ ਅ ਵੈਰੀ ਇੰਪੋਰਟੈਂਟ ਟੌਪਿਕ, ਰਾਈਟ? ਇਸੇ ਲਈ ਮੈਂ ਇੰਟਰੋਡਿਊਸ ਕੀਤਾ ਹੈ। ਯੂ ਕੈਨ ਯੂਜ਼ ਇਟ ਇਨ ਮੇਨਸ ਆਂਸਰਸ, ਐਸੇਜ਼, ਔਰ ਇਹ ਤੇ ਡਾਇਰੈਕਟ ਕੁਐਸਚਨ ਵੀ ਬਣ ਸਕਦਾ ਹੈ, ਰਾਈਟ? ਤਾਂ ਸੋਸ਼ਲ ਆਡਿਟ ਕੀ ਹੁੰਦਾ ਹੈ? ਪਹਿਲੀ ਗੱਲ ਤਾਂ ਆਡਿਟ ਹੀ ਕਿਆ ਹੁੰਦਾ ਹੈ, ਠੀਕ ਹੈ? ਹੁਣ ਦੇਖੋ ਗਵਰਨਮੈਂਟ ਜਿਹੜੀ ਹੈ ਕਾਫੀ ਸਾਰੀ ਸਕੀਮਸ ਲਾਂਚ ਕਰਦੀ ਰਹਿੰਦੀ ਹੈ। ਸਿਟੀਜ਼ਨਸ ਤੱਕ ਇਹ ਸਕੀਮਸ ਜਿਹੜੀਆਂ ਕਾਫੀ ਸਾਰੀ ਏਜੰਸੀਜ਼ ਗਵਰਨਮੈਂਟ ਦੀਆਂ, ਕਾਫੀ ਸਾਰੇ ਇੰਟਰਮੀਡੀਏਰੀਜ਼ ਜਿਹਨੂੰ ਆਪਾਂ ਕਹਿ ਸਕਦੇ ਹਾਂ, ਉਹ ਪਹੁੰਚਾਉਂਦੇ ਨੇ, ਰਾਈਟ? ਤਾਂ ਗਵਰਨਮੈਂਟ ਨੇ ਇਹ ਵੀ ਇੰਸ਼ੋਰ ਕਰਨਾ ਹੁੰਦਾ ਕਿ ਸਿਟੀਜ਼ਨਸ ਤੱਕ ਉਹ ਸਕੀਮਸ ਪਹੁੰਚ ਰਹੀਆਂ ਕਿ ਨਹੀਂ। ਫॉर दैट इट कंडक्ट्स डिफरेंट काइंड ऑफ ऑडिट्स। या तो किसी थर्ड पार्टी तो कराएंगे, थर्ड पार्टी मतलब किसी प्राइवेट फर्म या आउटसाइडर तो, या यदि खुद दी एजेंसीज होनगियां, जिमें कि CBI भी ऑडिट्स करती है कुछ कुछ टाइप दे। डिफरेंट काइंड ऑफ एजेंसीज ते डिपार्टमेंट्स होंगे हैं जिहड़े ऑडिट्स करते हैं, राइट? गवर्नमेंट ऑडिट्स भी हो सकते हैं, थर्ड पार्टी ऑडिट्स भी हो सकते हैं, राइट? बट इन्ना किसी भी ऑडिट विच सिटीजन इन्वॉल्व नहीं हुंदा। ये सिर्फ देखते हैं गवर्नमेंट तो पैसा आया, वो स्पेंड कित्थे कित्थे होया, सही तरीके नाल होया कि नहीं होया। दे हैव डिफरेंट पैरामीटर्स टू सी इट। दे डू नॉट टॉक टू सिटीजन्स टू नो कि उन्ना तक बेनिफिट पहुंचे है कि नहीं, राइट? सो ਇਹਦਾ ਵੀਕਨੈਸ ਹੈ। ਇੱਥੋਂ ਤਾਂ ਇਹ ਪੇਪਰਸ ਦੇ ਥਰੂ ਜਿਹੜੇ ਇੰਟਰਮੀਡੀਏਰੀਜ਼ ਹੈ ਦੇ ਕੈਨ ਸ਼ੋ ਕਿ ਸਿਟੀਜ਼ਨ ਤੱਕ ਬੈਨੀਫਿਟ ਜਾ ਰਿਹਾ ਹੈ, ਬਟ ਐਕਚੁਅਲ ਸਿਟੀਜ਼ਨ ਨੂੰ ਬੈਨੀਫਿਟ ਹੋ ਰਿਹਾ ਹੈ ਕਿ ਨਹੀਂ ਆਪਾਂ ਨੂੰ ਕਦੀ ਨਹੀਂ ਪਤਾ ਚੱਲੇਗਾ। ਦੈਟ ਇਜ਼ ਵਾਈ ਦੀ ਕਨਸੈਪਟ ਆਫ ਸੋਸ਼ਲ ਆਡਿਟ ਵਾਜ਼ ਇੰਟਰੋਡਿਊਸ, ਜਿਹਦੇ ਵਿੱਚ ਗਵਰਨਮੈਂਟ ਏਜੰਸੀ ਜਾਂ ਥਰਡ ਪਾਰਟੀ ਤਾਂ ਇਨਵੋਲਵਡ ਹੋਏਗੀ, ਬਟ देयर विल बी सिटीजन रिव्यू, सिटीजन फीडबैक ऑल्सो टेकन। सिटीजन ਨੂੰ ਬਿਠਾ ਕੇ ਪੁੱਛਿਆ ਜਾਏਗਾ ਕਿ ਭਾਈ ਇਹ ਗਵਰਨਮੈਂਟ document च लिखा है that you are the beneficiary of this scheme, so is this true or not? You have to verify that you have received the benefits of this scheme. That is what is social audit। बहुत ही रेवोल्यूशनरी कॉन्सैप्ट है, ਤੁਸੀਂ ਕਹਿ ਸਕਦੇ ਹੋ ਇਹਨਾਂ ਇੰਟਰਮੀਡੀਏਰੀਜ਼ ਦੀ ਅਕਾਊਂਟੇਬਿਲਿਟੀ ਇੰਸ਼ੋਰ ਕਰਨ ਲਈ। ਅਦਰਵਾਈਜ਼ ਤਾਂ ਇਹ ਕੀ ਕਰਦੇ ਆ, ਪੇਪਰਸ ਤੇ ਸ਼ੋ ਕਰ ਦਿੰਦੇ ਆ ਕਿ ਅਸੀਂ ਲੱਖ ਬੰਦਿਆਂ ਨੂੰ, ਆਪਾਂ ਕੱਲ ਪਰਸੋਂ ਹੀ ਇੱਕ ਐਗਜ਼ਾਮਪਲ ਪੜ੍ਹੀ ਸੀ ਜਿਹੜੀ ਕਿ ਅਡੋਲੋਸੈਂਟ ਗਰਲਸ ਦੀ ਸਕੀਮ ਦੀ ਸੀ। ਇਹਨਾਂ ਨੇ ਪੇਪਰਸ ਤੇ ਸ਼ੋ ਕਰ ਰੱਖਿਆ ਸੀ ਦੈਟ 25 ਜਾਂ 30-40 ਲੱਖ ਗਰਲਸ ਨੂੰ benefit scheme ਦਾ ਜਾ ਰਿਹਾ ਹੈ। they were taking money from the government to give this benefit to 50 lakh girls, right? but ਜਦੋਂ audit ਹੋਇਆ ਤਦ ਇਹ ਪਤਾ ਚੱਲਿਆ ਕਿ ਐਕਚੁਅਲੀ ਇਸ ਚੋਂ ਆਲਮੋਸਟ 24 ਲੱਖ ਜਿਹੜੇ ਨਾਮ ਲਿਖੇ ਹੋਏ ਸੀ ਡਾਕੂਮੈਂਟਸ 'ਚ, they were ਨਕਲੀ, they were fake, they were ghost beneficiaries, ਰਾਈਟ? ਆਪਾਂ ਪੜ੍ਹਿਆ ਸੀ ਨਾ, ਮੈਂ ਤੁਹਾਨੂੰ ਦੱਸਿਆ ਸੀ that this is a key term that you have to remember। ਇਹ ਕੀ ਟਰਮਸ ਵਗੈਰਾ ਬਾਰੇ ਵੀ ਮੈਂ ਤੁਹਾਨੂੰ ਤੁਹਾਡੇ ਕੋਰਸ ਵਿੱਚ ਦੱਸਾਂਗੀ, ਮੈਂਟਰਸ਼ਿਪ ਕੋਰਸ ਵਿੱਚ। ਪਲੀਜ਼ ਜੁਆਇਨ ਇਟ ਇਜ਼ ਵੈਰੀ ਯੂਜ਼ਫੁਲ ਫॉर ਯੂ। ਮੇਨਸ ਪ੍ਰੀਲਿਮਸ ਹਰ ਸਟੇਜ ਤੇ ਕੰਮ ਆਏਗਾ, ਰਾਈਟ? ਸੋ ਘੋਸਟ ਬੈਨੀਫੀਸ਼ੀਅਰੀਜ਼ ਇੰਨੇ ਦੇਖੇ ਗਏ ਦੈਟ ਉਦੋਂ ਪਤਾ ਚੱਲਿਆ ਕਿ ਸਕੀਮ ਦਾ ਬੈਨੀਫਿਟ ਤਾਂ ਅੱਧੇ ਲੋਕਾਂ ਨੂੰ ਵੀ ਨਹੀਂ ਜਾ ਰਿਹਾ ਸੀ, ਠੀਕ ਹੈ ਜੀ? That is why this social audit is needed, a revolutionary concept where we involve the citizen to ensure direct accountability। direct accountability ਦਾ ਇਹ ਬਹੁਤ ਹੀ ਸਾਊਂਡ ਪ੍ਰੂਫ ਜਿਹੜਾ ਮੀਨਸ ਹੈ ਨਵਾਂ ਇਵੋਲਵ ਹੋਇਆ ਹੈ, ਰਾਈਟ? ਸੋ ਇਹ ਸੋਸ਼ਲ ਆਡਿਟਸ ਬਹੁਤ ਇੰਪੋਰਟੈਂਟ ਹੁੰਦੇ ਹੈ। ਸੋਸ਼ਲ ਆਡਿਟ ਇਜ਼ ਐਨ ਇਵੈਲੂਏਸ਼ਨ ਆਫ ਅ ਪਾਲਿਸੀ ਔਰ ਅ ਸਕੀਮ ਆਫ ਦੀ ਗਵਰਨਮੈਂਟ ਵਿਚ ਇਜ਼ ਕੈਰੀਡ ਆਊਟ ਜੁਆਇੰਟਲੀ ਬਾਈ ਦੀ ਗਵਰਨਮੈਂਟ ਐਂਡ ਦੀ ਪਬਲਿਕ, ਠੀਕ ਹੈ? ਗਵਰਨਮੈਂਟ ਏਜੰਸੀ ਇੱਕ ਬੈਠ ਜਾਏਗੀ, ਜਿਵੇਂ ਕਿ ਯੂਜੂਅਲੀ ਅੱਜ ਕੱਲ੍ਹ ਪੰਚਾਇਤਸ ਨੂੰ ਯੂਜ਼ ਕੀਤਾ ਜਾ ਰਿਹਾ ਹੈ, NGOs ਨੂੰ ਵੀ ਯੂਜ਼ ਕੀਤਾ ਜਾਂਦਾ ਹੈ ਟੂ ਇਨਸ਼ੋਰ ਫੇਅਰ ਆਡਿਟਸ। ਐਂਡ ਇੱਥੇ ਪਬਲਿਕ ਵੀ ਬੈਠੀ ਹੋਏਗੀ, ਸਿਟੀਜ਼ਨਸ ਵੀ ਬੈਠੇ ਹੋਣਗੇ ਇਨ ਦਿਸ ਆਡਿਟਸ, ਠੀਕ ਹੈ? ਸੋ ਦਿਸ ਇਜ਼ ਵਾਟ ਇਜ਼ ਸੋਸ਼ਲ ਆਡਿਟ, ਠੀਕ ਹੈ? ਇਹਦਾ ਬੈਕਗਰਾਊਂਡ ਤੁਸੀਂ ਦੇਖ ਸਕਦੇ ਹੋ। ਟਿਸਕੋ ਟਾਟਾ ਦੀ ਜਿਹੜੀ ਇਹ ਕੰਪਨੀ ਹੈ, ਇਹਨਾਂ ਨੇ ਸਭ ਤੋਂ ਪਹਿਲਾਂ
ਸੋਸ਼ਲ ਆਡਿਟਸ ਆਪਦੀ ਖੁਦ ਦੀ ਪ੍ਰਾਈਵੇਟ ਫਰਮ 'ਚ ਕੀਤੇ ਸੀ ਟੂ ਸੀ ਕਿ ਉਹਨਾਂ ਦੀ ਕੰਪਨੀ ਸਹੀ ਪਰਫਾਰਮ ਕਰ ਰਹੀ ਹੈ ਕਿ ਨਹੀਂ। ਇੰਡੀਆ ਦੇ ਵਿੱਚ ਮਨਰੇਗਾ ਇਹ ਜੀ ਸਕੀਮ ਸੀ। ਨਰੇਗਾ ਜਾਂ ਮਨਰੇਗਾ ਬਹੁਤ ਹੀ ਫੇਮਸ ਇੰਪਲੋਇਮੈਂਟ ਗਾਰੰਟੀ ਸਕੀਮ ਹੈ, ਜਿਸ ਸੋਸ਼ਲ ਆਡਿਟਸ ਇਸ ਸਕੀਮ ਦੇ ਵਿੱਚ ਲੀਗਲੀ ਰਿਟਨ ਸੀ। ਤੇ ਇਹ ਸਕੀਮ ਸੀ ਜਿਹਦੇ ਨਾਲ ਫਸਟ ਟਾਈਮ ਸੋਸ਼ਲ ਆਡਿਟਸ ਇੰਟਰੋਡਿਊਸ ਹੋਏ ਸੀ। ਰਾਈਟ, ਹੁਣ ਤਾਂ ਗਵਰਨਮੈਂਟ ਐਮਫਸਾਈਜ਼ ਕਰਦੀ ਹੈ ਕਿ ਹਰ ਸਕੀਮ 'ਚ ਬਾਈ ਡਿਫਾਲਟ ਸੋਸ਼ਲ ਆਡਿਟਸ ਹੋਣੇ ਚਾਹੀਦੇ ਹੈ। ਜਿਵੇਂ ਹੁਣ ਵੀ ਆਰਡਰ ਪਾਸ ਕੀਤੇ ਹੈ, ਇਹ ਪੰਜਾਬ ਦੀ ਗੱਲ ਕਰ ਰਹੇ ਹਾਂ ਆਪਾਂ, ਇਹ ਪੰਜਾਬ ਗਵਰਨਮੈਂਟ ਨੇ ਕੀਤਾ ਹੈ ਕਿ ਪੰਜਾਬ ਦੀ ਪੰਚਾਇਤ ਦਾ ਸੋਸ਼ਲ ਆਡਿਟ ਹੋਣਾ ਚਾਹੀਦਾ ਹੈ। ਪੰਚਾਇਤ ਦੇ ਥਰੂ ਦੇਖੋ ਬਹੁਤ ਸਕੀਮਸ ਜਾਂਦੀਆਂ ਹੈ। ਜਿਹੜਾ ਆਪਾਂ ਇੰਟਰਮੀਡੀਏਰੀ ਦੀ ਗੱਲ ਕਰ ਰਹੇ ਹਾਂ, ਬਹੁਤ ਸਾਰੀ ਜਗ੍ਹਾਵਾਂ ਤੇ ਪੰਚਾਇਤ ਹੀ ਬਹੁਤ ਸਾਰੀ ਸਕੀਮਸ ਲਈ ਇੰਟਰਮੀਡੀਏਰੀ ਹੁੰਦੀ ਹੈ। ਕਹਿਣ ਦਾ ਮਤਲਬ ਪੰਚਾਇਤ ਨੂੰ ਇੰਨਾ ਸਾਰਾ ਪੈਸਾ ਦੇ ਦਿੱਤਾ ਜਾਂਦਾ ਹੈ ਟੂ ਰੀਚ ਆਊਟ ਟੂ ਦੀ ਫਾਰਮਰ ਜਾਂ ਵਿਮਨ ਡਿਫਰੈਂਟ ਬੈਨੀਫਿਟਸ ਪਹੁੰਚਾਉਣ ਲਈ। ਰਾਈਟ, ਸੋ ਇੱਥੇ ਸਰਕਾਰ ਇਹੀ ਕਹਿ ਰਹੀ ਹੈ ਕਿ ਇਹਨਾਂ ਤੇ ਚੈੱਕ ਕਰੋ ਕਿ ਇਹ ਐਕਚੁਅਲੀ ਬੈਨੀਫਿਟਸ ਗਰੀਬਾਂ ਤੱਕ ਪਹੁੰਚਾ ਰਹੇ ਹੈ ਕਿ ਨਹੀਂ। ਰਾਈਟ, ਸੋ ਦੈਟ ਇਜ਼ ਹਾਊ ਸੋਸ਼ਲ ਆਡਿਟਸ ਆਰ ਵੈਰੀ ਇੰਪੋਰਟੈਂਟ। ਰਾਈਟ, ਤਾਂ ਇਹਨਾਂ ਦਾ ਸਿਗਨੀਫਿਕੈਂਸ ਵਗੈਰਾ ਤੇ ਕੁਐਸਚਨ ਆ ਸਕਦਾ ਹੈ। ਆਈ ਹੈਵ ਗਿਵਨ ਯੂ ਡਿਟੇਲ ਨੋਟਸ ਟਰਾਂਸਪੇਰੈਂਸੀ ਵਧਾਉਣ ਲਈ, ਪਰਫਾਰਮੈਂਸ ਚੈੱਕ ਕਰਨ ਲਈ, ਜਿਵੇਂ ਹੁਣ ਪੰਚਾਇਤ ਦੀ ਪਰਫਾਰਮੈਂਸ ਇੱਥੇ ਚੈੱਕ ਕੀਤੀ ਜਾਏਗੀ। ਸੋਸ਼ਲ ਅਕਾਊਂਟੇਬਿਲਿਟੀ, ਲੋਕਾਂ ਨੂੰ ਇਨਵੋਲਵ ਕਰਕੇ ਅਕਾਊਂਟੇਬਿਲਿਟੀ ਇਨਸ਼ੋਰ ਕਰਨ ਦੀ। ਪਾਰਟਿਸਿਪੇਟਰੀ ਗਵਰਨੈਂਸ, ਲੋਕਾਂ ਨੂੰ ਇਨਵੋਲਵ ਕਰਨਾ ਵਿਦਿਨ ਦੀ ਗਵਰਨੈਂਸ ਪ੍ਰੋਸੈਸਿਸ। ਰਾਈਟ, all of this are the significance of social audit। ਇਹਨਾਂ ਸਭ ਨੂੰ ਪੜ੍ਹ ਲਓ, ਲਿਖ ਲਓ, these will be very important for you to write answers in the mains। ਰਾਈਟ, ਉਸ ਤੋਂ ਬਾਅਦ ਚੈਲੰਜਸ ਵੀ ਹੈ। ਰਾਈਟ, ਬਹੁਤ ਸਾਰੇ ਚੈਲੰਜਸ ਡਿਫਰੈਂਟ ਤਰੀਕੇ ਦੇ ਸੋਸ਼ਲ ਆਡਿਟਸ ਫੇਸ ਕਰਦੇ ਹੈ। ਪਹਿਲੀ ਗੱਲ ਤਾਂ ਜਿਹੜੀਆਂ ਗਵਰਨਮੈਂਟ ਏਜੰਸੀਜ਼ ਹੁੰਦੀਆਂ ਹੈ ਉਹ ਰੈਡੀ ਹੀ ਨਹੀਂ ਹੁੰਦੀਆਂ ਸੋਸ਼ਲ ਆਡਿਟਸ ਕਰਾਉਣ ਲਈ। ਬਹੁਤ ਟਾਈਮ ਦੇ ਟਰਾਈ ਟੂ ਐਨੀ ਹਾਊ ਬਾਈਪਾਸ ਕਰਨ ਦਾ। ਠੀਕ ਹੈ, ਜਿਵੇਂ ਹੁਣ ਪੰਚਾਇਤ ਆਪਾਂ ਕਹਿ ਦਈਏ, ਪੰਚਾਇਤ ਕਿਆ ਕਰਨਗੀਆਂ, ਸੋਸ਼ਲ ਆਡਿਟਸ ਕੰਡਕਟ ਹੀ ਨਹੀਂ ਕਰਾਉਣਗੀਆਂ, ਜਾਂ ਫਿਰ ਇਹਨਾਂ ਨੂੰ ਐਡਿਕੁਏਟਲੀ ਐਡਵਰਟਾਈਜ਼ ਹੀ ਨਹੀਂ ਕਰਨਗੀਆਂ। ਮਤਲਬ ਪਿੰਡ ਦੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਸੋਸ਼ਲ ਆਡਿਟ ਦੀ ਮੀਟਿੰਗ ਹੋ ਰਹੀ ਹੈ, ਤਾਂ ਉਹ ਆ ਕੇ ਕਿਵੇਂ ਬੈਠਣਗੇ। ਰਾਈਟ, ਜਾਂ ਫਿਰ ਇਹ ਕਦੀ ਰਿਕਾਰਡ ਹੀ ਨਹੀਂ ਦਿੰਦੇ, ਕਹਿਣਗੇ ਸਾਡੇ ਕੋਲ ਰਿਕਾਰਡ ਹੀ ਨਹੀਂ ਹੈਗੇ, ਤਾਂ ਗਵਰਨਮੈਂਟ ਏਜੰਸੀ ਬਿਨਾਂ ਰਿਕਾਰਡਾਂ ਦੇ ਸੋਸ਼ਲ ਆਡਿਟ ਵੀ ਕਿਵੇਂ ਕਰੂ। ਰਾਈਟ, ਸੋ ਇਨ ਡਿਫਰੈਂਟ ਵੇਜ਼ ਡਿਫਰੈਂਟ ਮੀਨਸ ਆਰ ਯੂਜ਼ਡ ਬਾय the involved intermediaries to avoid social audits। ਇਸੇ ਵਜ੍ਹਾ ਤੋਂ ਸੋਸ਼ਲ ਆਡਿਟਸ ਜਿਹੜੇ ਆ ਕਾਫੀ ਸਾਰੇ ਚੈਲੰਜਸ ਫੇਸ ਕਰਦੇ ਰਹਿੰਦੇ ਹੈ। ਯੂ ਕੈਨ ਰੀਡ ਆਲ ਦੀਜ਼ ਚੈਲੰਜਸ। ਠੀਕ ਹੈ, ਇਹ ਸਾਰੇ ਆਂਸਰ ਰਿਟਨ 'ਚ ਤੁਹਾਨੂੰ ਕੰਮ ਆਉਣਗੇ, ਇਸ ਲਈ ਮੈਂ ਨੋਟਸ ਦੇ ਦਿੱਤੇ ਹੈ। ਰਾਈਟ, ਆਈ ਕੈਨੋਟ ਐਕਸਪਲੇਨ ਦਾ ਇੰਟਾਇਰ ਕਨਸੈਪਟ। ਦੇਖੋ ਇਹ ਸਭ ਤੁਹਾਡੀ ਕਲਾਸਿਸ 'ਚ ਹੁੰਦਾ ਹੈ, ਹੇਅਰ ਇਟ ਵਿਲ ਟੇਕ ਲੋਟ ਆਫ ਟਾਈਮ। ਇੱਕ ਪੂਰੀ 2 ਘੰਟੇ ਦੀ ਕਲਾਸ ਚਾਹੀਦੀ ਹੈ ਮੈਨੂੰ ਟੂ ਐਕਸਪਲੇਨ ਸੋਸ਼ਲ ਆਡਿਟਸ, ਐਂਡ ਆਈ ਐਮ ਵੈਰੀ ਗੁੱਡ ਐਟ ਦਿਸ। ਮੇਰਾ ਪਬਲਿਕ ਐਡਮਿਨਿਸਟ੍ਰੇਸ਼ਨ ਆਪਸ਼ਨਲ ਰਿਹਾ ਹੈ, ਆਈ ਕੈਨ explain you this in great detail। so ਹਜੇ ਬਟ ਫॉर this current affairs I cannot go into much detail, but ਤੁਹਾਡੀ ਹੈਲਪ ਲਈ ਮੈਂ ਕੰਟੈਂਟ ਦੇ ਦਿੱਤਾ ਹੈ। you can read and understand it very well। right, ਇੱਕ ਐਗਜ਼ੈਂਪਲਰੀ ਇਨੀਸ਼ੀਏਟਿਵ ਮੇਘਾਲਿਆ ਨੇ ਲਿੱਤਾ ਹੈ। ਦਿਸ ਇਜ਼ ਵੈਰੀ ਇੰਪੋਰਟੈਂਟ, ਜਿਹੜਾ ਤੁਸੀਂ ਆਨਸਰਸ 'ਚ ਯੂਜ਼ ਕਰ ਸਕਦੇ ਹੋ। ਮੇਘਾਲਿਆ ਹੈਜ਼ ਬਿਕਮ ਦੀ ਫਰਸਟ ਸਟੇਟ ਇਨ ਇੰਡੀਆ। 2017 ਵਿੱਚ ਇਹਨਾਂ ਨੇ ਲੀਗਲ ਸੋਸ਼ਲ ਆਡਿਟ ਐਕਟ ਬਣਾਈ ਸੀ ਕਿ ਹਰ ਮੇਘਾਲਿਆ ਦੀ ਸਕੀਮ ਵਿੱਚ ਹਰ ਗਵਰਨਮੈਂਟ ਏਜੰਸੀ ਜਿਹੜੀ ਹੈ ਸੋਸ਼ਲ ਆਡਿਟ ਕੰਡਕਟ ਕਰੇਗੀ। ਸੋ ਨਾਓ ਦਿਸ ਹੈਜ਼ ਬਿਕਮ ਅ ਲੀਗਲ ਰਾਈਟ। ਠੀਕ ਹੈ, ਅਗਰ ਸੋਸ਼ਲ ਆਡਿਟ ਨਹੀਂ ਹੁੰਦਾ ਤਾਂ ਬੰਦਾ ਕੋਰਟ ਵੀ ਜਾ ਸਕਦਾ ਹੈ। ਰਾਈਟ, ਰੈਸਟ ਆਫ ਦੀ ਇੰਡੀਆ ਵਿੱਚ ਇਹ ਪ੍ਰੋਵੀਜ਼ਨ ਨਹੀਂ ਹੈ। ਤੁਸੀਂ ਜਾ ਕੇ ਸਿਰਫ ਮਨਰੇਗਾ ਵਿੱਚ ਹਜੇ ਤੱਕ ਐਡਿਡ ਸੀ, ਤਾਂ ਮਨਰੇਗਾ ਵਿੱਚ ਤੁਸੀਂ ਜਾ ਸਕਦੇ ਹੋ, ਕਹਿ ਸਕਦੇ ਹੋ ਕੋਰਟ ਨੂੰ ਕਿ ਸਾਡਾ ਸੋਸ਼ਲ ਆਡਿਟ ਨਹੀਂ ਹੋਇਆ। ਬਟ ਹੋਰ ਕੋਈ ਸਕੀਮਸ 'ਚ ਜਿਸ 'ਚ ਐਕਸਪਲਿਸਿਟਲੀ ਮੈਂਸ਼ਨ ਨਹੀਂ ਹੈ, there you cannot reach court saying ਕਿ social audit ਨਹੀਂ ਹੋਇਆ। but ਮੇਘਾਲਿਆ 'ਚ this is possible। right, ਹੋਰ ਵੀ ਬਹੁਤ ਸਾਰੀ ਇਹ law ਦੀਆਂ provisions ਹੈ, ਤਾਂ this is also very good। you can see the details of this law also, or either just mention this in your answer। right, that is for this India US ties। right, so बहुत ही important ties है। please जितनी भी ਇੱਥੇ information है in one way or the other this is useful for your exam, to listen to it very carefully and keep it with you to use it in future। ਰਾਈਟ, ਸਭ ਤੋਂ ਪਹਿਲਾਂ ਤਾਂ ਇਹ ਲਾਈਨ ਜਿਹੜੀ ਹੈ ਉਹ ਅਪੀਅਰ ਹੋਈ ਹੈ। ਨਾਓ ਮੈਨੇ ਤੁਹਾਨੂੰ ਗਰੁੱਪ ਵਿੱਚ ਇੰਡੀਆ US ਤੇ ਕੁਐਸਚਨ ਪਾਇਆ ਸੀ, ਬਹੁਤ ਸਾਰੇ ਬੱਚਿਆਂ ਨੇ ਉਹਦਾ ਆਨਸਰ ਵੀ ਦਿੱਤਾ। ਨਾਓ ਇੰਟਰੋਡਕਸ਼ਨ ਜਦੋਂ ਤੁਸੀਂ ਸਟਾਰਟ ਕਰਦੇ ਹੋ ਨਾ, ਤੁਸੀਂ very journalistic introductions you write, like saying that India US have very good ties। right, everyone knows they have very good ties, but this is not the right way to start an answer। very good does not define India US ties। India US ਦੇ ties ਕਾਫੀ ਉੱਤੇ ਨੀਚੇ ਹੁੰਦੇ ਰਹੇ ਹੈ। right, they do not have very good ties, but they have geo strategic interests that are now converging and they are making them come closer। ਠੀਕ ਹੈ, ਸੋ ਉਹ ਸਭ ਤਾਂ ਚਲੋ ਡਿਟੇਲ ਦੀ ਗੱਲਾਂ ਹੈ, ਬਟ
such kind of lines ਜਿਹੜੀਆਂ ਹੁਣ newspaper 'ਚ appear ਹੋ ਰਹੀਆਂ ਹੈ when this meet is going on, these lines you can use in your introductions and conclusions to define the India US relation. Instead of writing कि ਉਹਨਾਂ ਦੇ very good ties है, you can use instead this line कि जो बिडेन जो यूएसए ਦੇ प्रेसिडेंट है उन्होंने खुद किया है that two great nations, two great friends, two great powers can define the course of 21st century, and this shows the significance that USA is laying on its relations with India, right? Describing the ties between the two countries as one of the most defining relationship in the 21st century. ठीक है, ਇਸ ਲਾਈਨ ਤੋਂ ਖੁਦ ਤੋਂ ਪਤਾ ਚੱਲ ਰਿਹਾ ਹੈ ਕਿ ਯੂਐਸਏ ਇੰਡੀਆ ਨਾਲ ਆਪਦੇ ਰਿਲੇਸ਼ਨ ਨੂੰ ਕਿੰਨਾ ਜ਼ਿਆਦਾ emphasize ਕਰ ਰਿਹਾ ਹੈ. Now, this can be the beginning of your answer instead of writing India US ties are very good, right? So, that is the kind of replacement you have to make from newspapers on daily basis, right? These are the key phrases that you have to use. Again, all of these details will be discussed in my mentorship program. So please do not doubt, do not think too much about the cost and all. It is all about an investment in your future, as I am telling other students also. It is an investment in your future. Instead of going through the examination cycle for years and years to come, take this course, set your preparation on track, right? ਜਦੋਂ ਮੈਂ ਦੱਸੂਗੀ ਕਿ ਕਿਸ ਤਰੀਕੇ ਨਾਲ ਤੁਸੀਂ ਹਰ ਚੀਜ਼ ਕਰਨੀ ਹੈ, and you will keep implementing for the coming months into your preparation, you will yourself see a difference in your entire preparation, your mental development, your answer writing, your remembering capabilities, your note making capabilities, right? So do not doubt, just join this program. This is going to help you hugely. I cannot emphasize on it anymore. Let's continue with the topic. ਤਾਂ ਸਭ ਤੋਂ ਪਹਿਲਾਂ ਜਿਹੜੇ ਆਊਟਕਮਸ ਹੈ ਇਸ ਮੀਟ ਦੇ ਆਪਣੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਹੋ ਜਾਂਦੇ ਹੈ, ਰਾਈਟ? 5 ਬ੍ਰੌਡ ਕੈਟੇਗਰੀਜ਼ 'ਚ 5 ਬ੍ਰੌਡ ਪਿਲਰਸ 'ਚ ਆਪਾਂ ਇਹਨਾਂ ਆਊਟਕਮਸ ਨੂੰ ਡਿਵਾਈਡ ਕਰ ਸਕਦੇ ਹਾਂ. ਫਰਸਟਲੀ ਟੈਕਨੋਲੋਜੀ ਪਾਰਟਨਰਸ਼ਿਪ ਫॉर ਫਿਊਚਰ ਤੇ ਕਾਫੀ ਜ਼ਿਆਦਾ ਫੈਕਟਸ ਤੇ ਅਗਰੀਮੈਂਟ ਸਾਈਨ ਹੋਏ ਹੈ. ਡਿਫਰੈਂਟ ਟੈਕਨੋਲੋਜੀ, ਸੈਮੀਕੰਡਕਟਰਸ ਹੋਣ, ਕ੍ਰਿਟੀਕਲ ਮਿਨਰਲਸ ਹੋਣ, ਡਿਫਰੈਂਟ ਏਰੀਆਜ਼ 'ਚ ਕਾਫੀ ਸਾਰੇ ਫੈਕਟਸ ਹੋਏ ਨੇ ਇੰਡੀਆ ਤੇ ਯੂਐਸ ਦੀ ਕੰਪਨੀਜ਼ ਦੇ ਵਿੱਚ. ਸੈਕਿੰਡ ਏਰੀਆ ਹੈ ਡਿਫੈਂਸ, ਨੈਕਸਟ ਜਨਰੇਸ਼ਨ ਡਿਫੈਂਸ ਪਾਰਟਨਰਸ਼ਿਪ ਤੇ ਵੀ ਕਾਫੀ ਜਿਹੜੇ ਹੈ ਜੋ ਹੈ कॉन्ट्रैक्ट्स वगैरह होए ने. आप डिटेल चो सारे अग्रीमेंट्स अगे देख रहे हैं. दीज आर द 5 ब्रॉड एरियाज आप कैटेगरीज कवर कर रहे हैं. वन इज टेक्नोलॉजी, सेकंड इज डिफेंस, थर्ड इज पीपल, फॉर पीपल themselves, ਸ਼ੇਅਰਡ ਪ੍ਰੋਸਪੈਰਿਟੀ ਐਂਡ ਡਿਲੀਵਰਿੰਗ ਫॉर ਆਵਰ ਪੀਪਲ. ਦੋਨੋਂ ਕੰਟਰੀਜ਼ ਦੇ ਲੋਕਾਂ ਨੂੰ ਜੋ ਡਾਇਰੈਕਟ ਫਾਇਦਾ ਹੋਵੇ ਉਹਦੇ ਲਈ ਵੀ ਅਗਰੀਮੈਂਟ ਕੀਤੇ ਗਏ ਨੇ, ਰਾਈਟ? ਲਾਈਕ ਵੀਜ਼ਾਸ ਐਂਡ ਆਲ, ਵੀ ਵਿਲ ਸੀ ਇਨ ਡਿਟੇਲ. ਦੈਨ ਗਲੋਬਲ ਲੈਵਲ ਤੇ ਲੀਡਰਸ਼ਿਪ ਇਨਸ਼ੋਰ ਕਰਨ ਲਈ ਵੀ, to ensure that they becomes the leader, they lead the global stage, there have been agreements that are been signed, and to ensure sustainable development, and also to ensure global health, covid जैसे issues ਨੂੰ again ਕਿਵੇਂ collaboratively they can fight, ਇਹ ਸਭ ਲਈ ਵੀ agreement sign ਹੋਏ ਹੈ, ਰਾਈਟ? ਹੁਣ ਆਪਾਂ ਸਾਰੇ ਏਰੀਆਜ਼ 'ਚ ਡਿਟੇਲ 'ਚ ਅਗਰੀਮੈਂਟਸ ਦੇਖਦੇ ਹਾਂ. ਸਭ ਤੋਂ ਪਹਿਲਾਂ ਪੀਪਲ ਟੂ ਪੀਪਲ ਇਨੀਸ਼ੀਏਟਿਵ ਕਿਆ ਲਿੱਤੇ ਗਏ ਹੈ, ਰਾਈਟ? ਲੋਕਾਂ ਦੀ ਲਾਈਫ ਆਸਾਨ ਕਰਨ ਲਈ ਅਗਰ ਇੰਡੀਅਨਸ ਯੂਐਸਏ ਵਿੱਚ ਜਾਂਦੇ ਨੇ ਜਾਂ ਯੂਐਸਏ ਦੇ ਲੋਕ ਇੰਡੀਆ ਵਿੱਚ ਆ ਰਹੇ ਨੇ ਤਾਂ ਇਹਨਾਂ ਵਿੱਚ ਕੋਆਪਰੇਸ਼ਨ ਕਿਵੇਂ ਵਧਾਈ ਜਾਵੇ ਤੇ ਇਹਨਾਂ ਦਾ ਆਣਾ ਜਾਣਾ ਕਿਵੇਂ ਈਜ਼ੀ ਕੀਤਾ ਜਾਵੇ. ਸੋ ਨੈਚੁਰਲੀ ਇਹ ਹੈ, ਯੂਐਸਏ ਦਾ ਵੀਜ਼ਾ ਮਿਲਣਾ ਬਹੁਤ ਡਿਫਿਕਲਟ ਹੈ. ਡਿਫਰੈਂਟ ਵੀਜ਼ਾਸ ਨੇ, ਡਿਫਰੈਂਟ ਇਸ਼ੂਜ਼ ਨੇ. ਸੋ ਸਭ ਤੋਂ ਪਹਿਲਾਂ ਤਾਂ H1B ਵੀਜ਼ਾ 'ਚ ਕਾਫੀ ਇਸ਼ੂਜ਼ ਨੇ, ਤਾਂ ਉਹਦੇ ਵਿੱਚ ਰਿਲੈਕਸੇਸ਼ਨ ਯੂਐਸਏ ਨੇ ਸ਼ੋ ਕੀਤੀ ਹੈ. ਯੂ ਕੈਨ ਰੀਡ ਦੀ ਡਿਟੇਲਸ ਹੇਅਰ, ਰਾਈਟ? I'm not going to go into very much detail. H1 visa क्या ਹੁੰਦਾ ਹੈ ਉਹ ਇੱਥੇ explained ਹੈ. You can see what is H1B visa, right? ਤਾਂ ਇਹਨਾਂ ਵਿੱਚ ਰਿਲੈਕਸੇਸ਼ਨ ਆਈ ਹੈ. USA ਨੇ ਕਮਿਟ ਕੀਤਾ ਹੈ ਕਿ H1 ਐਂਡ HL ਵੀਜ਼ਾਸ 'ਚ ਵੀ ਅਨਦਰ ਕਾਈਂਡ ਆਫ ਚੇਂਜਸ ਲਿਆਏ ਜਾਣਗੇ ਜੋ ਕਿ ਇੰਡੀਆ ਦੀ ਕਾਫੀ ਦੇਰ ਤੋਂ ਡਿਮਾਂਡ ਰਹੀ ਹੈ, right? So matlab visa restrictions which relaxation USA liaega, that means it is going to help many Indians, those who want to go to USA, who are working already in USA, right? Who want to see a future in USA, right? So it is a very crucial initiative from India's point of view.
ਰਾਈਟ। ਇਹ ਤਾਂ ਹੋਇਆ ਹੀ ਹੋਇਆ ਹੈ, ਬਟ ਫਿਊਚਰ ਲਈ ਮੋਦੀ ਜੀ ਨੇ ਵੀ ਕੁਝ ਪ੍ਰਪੋਜ਼ਲਸ ਦਿੱਤੀਆਂ ਹੈ ਕਿ ਪੀਪਲ ਟੂ ਪੀਪਲ ਟਾਈਜ਼ ਨੂੰ ਫਰਦਰ ਸਟਰੈਂਥਨ ਕਰਨ ਲਈ ਸਾਨੂੰ ਹੋਰ 5 ਇਨੀਸ਼ੀਏਟਿਵਸ ਲੈਣੇ ਚਾਹੀਦੇ ਨੇ, ਜਿਵੇਂ ਕਿ ਟੀਚਰ ਤੇ ਸਟੂਡੈਂਟਸ ਦੇ ਐਕਸਚੇਂਜ ਪ੍ਰੋਗਰਾਮ ਲਿਆਣੇ ਚਾਹੀਦੇ ਨੇ। ਫੋਰ ਐਗਜ਼ਾਮਪਲ ਸਾਡੀ ਆਈਆਈਟੀਜ਼ 'ਚ ਯੂਐਸਏ ਤੋਂ ਬੱਚੇ ਆ ਕੇ ਸਮਝ ਲਓ ਇੰਟਰਨਸ਼ਿਪ ਕਰਨਗੇ 2-3 ਮਹੀਨੇ ਲਈ। ਐਵੇਂ ਹੀ ਇੰਡੀਅਨਸ ਸ਼ੁੱਡ ਬੀ ਅਲਾਉਡ ਇਨ ਯੂਐਸਏ ਟੂ ਡੂ ਇੰਟਰਨਸ਼ਿਪ। ਠੀਕ ਹੈ, ਇਹ ਗਵਰਨਮੈਂਟ ਲੈਵਲ ਤੇ ਹੋਏਗਾ। ਮਤਲਬ ਐਸੇ ਤਾਂ ਤੁਸੀਂ ਜਾ ਹੀ ਸਕਦੇ ਹੋ ਪ੍ਰਾਈਵੇਟ ਲੈਵਲ ਤੇ, ਦੇਰ ਆਰ ਮੈਨੀ ਪ੍ਰੋਗਰਾਮਸ ਦੈਟ ਆਰ ਰਨਿੰਗ, ਬਟ ਨਾਓ ਗਵਰਨਮੈਂਟ ਵਿਲ ਇਨਸ਼ੋਰ ਕਿ ਇਹ ਰੈਗੂਲਰ ਲੈਵਲ ਤੇ ਹੋਵੇ ਗਵਰਨਮੈਂਟ ਦੇ ਥਰੂ, ਸੋ ਦੈਟ ਦ ਪੀਪਲ ਟੂ ਪੀਪਲ ਟਾਈਜ਼ ਆਰ ਸਟਰੈਂਥਨ। ਦੋਨੋਂ ਇੱਕ ਦੂਸਰੇ ਦੀ ਕੰਟਰੀਜ਼ ਦੀ ਸਟਰੈਂਥਸ ਨੂੰ ਯੂਟੀਲਾਈਜ਼ ਕਰ ਸਕਣ। ਜਿਹੜੇ ਏਰੀਆਜ਼ 'ਚ ਅਸੀਂ ਵਧੀਆ ਹੈ ਉਹ ਸਾਡੇ ਤੋਂ ਸਿੱਖਣਗੇ, ਜਿਹੜੇ ਏਰੀਆਜ਼ 'ਚ ਉਹ ਵਧੀਆ ਹੈ ਅਸੀਂ ਉਹਨਾਂ ਤੋਂ ਸਿੱਖਾਂਗੇ। ਰਾਈਟ, ਦੈਟ ਕਾਈਂਡ ਆਫ ਹੈਕਥੋਨਸ ਹੋ ਸਕਦੇ ਨੇ। ਵੋਕੇਸ਼ਨਲ ਸਕਿੱਲ ਟ੍ਰੇਨਿੰਗ ਦੋਨੋਂ ਕੰਟਰੀਜ਼ ਇਨਵੋਲਵ ਕਰ ਸਕਦੀਆਂ ਹੈ ਤੇ ਇੱਕ ਦੂਸਰੇ ਦੀ ਡਿਗਰੀਜ਼ ਨੂੰ ਰਿਕਗਨਾਈਜ਼ ਕਰ ਸਕਦੀਆਂ ਹੈ। ਨਹੀਂ ਤਾਂ ਤੁਸੀਂ ਦੇਖੋ, ਤੁਸੀਂ ਯੂਐਸ ਚਾਹੁੰਦੇ ਹੋ, ਇੰਡੀਆ ਦੀ ਮੋਸਟਲੀ ਡਿਗਰੀਜ਼ ਦੇ ਵੋਂਟ ਬੀ ਰਿਕਗਨਾਈਜ਼ਡ। ਉੱਥੋਂ ਤੁਹਾਨੂੰ ਕੋਈ ਕੋਰਸ ਡਿਗਰੀ ਕਰਨੀ ਪੈਣੀ ਹੈ ਟੂ ਬੀ ਏਬਲ ਟੂ ਵਰਕ ਦੇਅਰ। ਠੀਕ ਹੈ, ਇੰਡੀਆ ਵਿੱਚ ਵੀ ਸੇਮ ਹੀ ਹੁੰਦਾ। ਤੁਸੀਂ ਦੇਖੋ ਸਿਵਲ ਸਰਵਿਸਿਜ਼ ਐਗਜ਼ਾਮ ਕੌਣ ਦੇ ਸਕਦਾ ਹੈ? ਜੋ ਹੈ ਦੋਜ਼ ਪੀਪਲ ਹੂ ਹੈਵ a degree from a institution that has been recognized by UGC। तो ਇੰਡੀਆ 'ਚ ਵੀ ਸੇਮ ਹੋ ਰਿਹਾ ਹੈ। ਤਾਂ ਇੱਥੇ ਮਿਊਚੁਅਲ ਰਿਕਗਨਾਈਜੇਸ਼ਨ ਹੋਏਗੀ। ਅਸੀਂ ਯੂਐਸ ਦੀ ਡਿਗਰੀਜ਼ ਨੂੰ ਮੰਨਾਂਗੇ, ਉਹ ਸਾਡੀ ਡਿਗਰੀਜ਼ ਨੂੰ ਮੰਨਾਂਗੇ। ਦਿਸ ਇਜ਼ ਅ ਫਿਊਚਰ ਏਰੀਆ ਆਫ ਪ੍ਰੋਸਪੈਕਟ ਏਰੀਆ ਆਫ ਟੂ ਸਟਰੈਂਥਨ। ਠੀਕ ਹੈ, ਤਾਂ ਇਸ ਤਰੀਕੇ ਨਾਲ ਮੋਦੀ ਜੀ ਨੇ ਕੁਝ ਪ੍ਰਪੋਜ਼ਲਸ ਦਿੱਤੇ ਹੈ, ਯੂ ਕੈਨ ਰੀਡ ਦਿਸ। ਠੀਕ ਹੈ, ਤਾਂ ਪੀਪਲ ਟੂ ਪੀਪਲ ਟਾਈਜ਼ 'ਚ ਵੀਜ਼ਾ ਰਿਸਟ੍ਰਿਕਸ਼ਨਸ ਨੂੰ ਰਿਲੈਕਸ ਕਰਨ ਦਾ ਕਮਿਟਮੈਂਟ ਕੀਤਾ ਹੈ ਯੂਐਸਏ ਨੇ। सेकंड है डिफेंस टाइज। ठीक है, ये तो सारी डील्स मैंने इस फॉर्म च लिखतियां हैं, यू कैन रीड दैम इंडिविजुअली। जिन्नियां भी मेन डील्स हुई हैं इस बार वो सारियां ये 6 मेन डील्स हैं। राइट, डिफेंस टाइज च क्या होया है? सब तो पहला इंजन्स देखो, यूएसए दी प्राइवेट एरोस्पेस जायंट है जनरल इलैक्ट्रिक, इन्हें एमओयू साइन किया है साडे गवर्नमेंट कंपनी हिंदुस्तान एरोनॉटिक्स लिमिटेड नाल टू प्रोड्यूस इंजन्स फॉर आर फाइटर जेट्स। ठीक है, ये बहुत ही सिग्निफिकेंट डील है। इनू जियो स्ट्रैटेजिक शिफ्ट भी कहा जा रहा है। शिफ्ट बिकॉज हजे तक असी ये इंजन्स जेडे है आपदे लार्जली रशिया तो प्रोक्योर करते रहे हैं। रशिया हैज़ बीन एंड स्टिल इज द लार्जेस्ट डिफेंस सप्लायर ऑफ इंडिया, but holy countries like USA, France, Israel, they are replacing Russia, right? So this deal is very significant because future च आने वाले 400 तो ज़्यादा इंडिया च बनने वाले जेडे फाइटर जेट्स है, फर्स्टली तो वो इंडिया च बननगे एंड सेकेंडली उस च यूएस मेड इंजन्स होंगे एंड नॉट रशियन इंजन्स नाउ। राइट, दिस शोज द चेंजिंग इक्वेशन ऑल्सो। रशिया साडा किसी टाइम ते ऑल वैदर फ्रेंड्स हुंदा सी, कुछ भी हो जाए दे विल हेल्प अस in any problem we used to be, because at that time ਸਾਡੇ ਦੋਨਾਂ ਦੇ ਇੰਟਰਸਟ ਅਲਾਈਨਡ ਥੀ। but now USA ਦੇ ਨਾਲ ਇੰਡੀਆ ਦੇ interests are getting aligned and now USA will help us everywhere that we want, right? So ਇੱਥੇ engines also they are going to deliver. This is the first defense deal that has happened. Second, ਆਪਾਂ already discuss ਕਰ ਚੁੱਕੇ हैं, mega drone deal has been signed। बिगेस्ट डॉलर टर्म्स विच डिफेंस डील ये अग्रीमेंट है, $4 बिलियन के अराउंड ये डील जी है साइन हुई है। फाइटर ड्रोन वन ऑफ द मोस्ट एडवांस टैक्नोलॉजी के ड्रोन्स जोड़े है यूएसए शेयर करेगा इंडिया के नाल। राइट, सो डिफेंस सैक्टर च ये 2 मेजर डील साइन की गई है। इंजन मैन्युफैक्चरिंग विद इन इंडिया मेड फ्रॉम मेड बाय यूएस कंपनी। राइट, ठीक है जी। स्पेस सैक्टर थर्ड आ गया। स्पेस सैक्टर च भी काफ़ी सारे एरियाज ते कोऑपरेशन ते इंटेंशन ते अग्रीमेंट्स शो किए गए ने। फर्स्ट है यूएसए विल हेल्प अस टू सेंड एस्ट्रोनॉट्स इन द स्पेस। ठीक है, देखो इंडिया के बहुत सारे एवें तो लोग है जोड़े कि स्पेस च गए हैं, जिमें कि तुम जानते हो कल्पना चावल हो गया एंड देयर आर मैनी अदर पीपल इंडियंस हु हैव गॉन टू स्पेस, बट वो कभी भी इंडिया की स्पेस विच स्पेसशिप च नहीं गए है। मेड इन इंडिया स्पेसशिप जी कि हुण गगनयान बन रही है एंड इस प्रोग्राम च रशिया सानू बहुत हेल्प कर रहा है। राइट, सो टेकिंग अ लीड फ्रॉम दिस नाउ यूएस इज ऑल्सो ट्राइंग टू हेल्प अस। सो इन्होंने कमिट किया है कि दे विल हेल्प इंडिया सेंड एस्ट्रोनॉट्स टू द इंटरनेशनल स्पेस स्टेशन। राइट, एंड मैंड मिशन च भी ये हेल्प करेंगे। ठीक है, सेकंड है आर्टेमिस अकॉर्ड इंडिया ने साइन कर लिया है। सी हेयर इज द डिटेल फॉर आर्टेमिस अकॉर्ड। दिस इज बेसिकली मेंट फॉर एक्सप्लोरेशन ऑफ मून। ठीक है, इस काफ़ी सारी कंट्रीज इन्वॉल्व है
एक कंट्री का प्रोग्राम नहीं है, बट सी देर आर अ नंबर ऑफ कंट्रीज दैट आर सिग्नेटरी टू दिस अकॉर्ड विच इज फोकस्ड ऑन एक्सप्लोरेशन, safe exploration of moon. Now India has also signed it with the help of USA, right? So India भी ਹੁਣ ਇਸ ਬਹੁਤ ਵੱਡੇ almost international program ਦਾ part ਬਣ ਗਿਆ ਹੈ ਜਿਹਦਾ ਫੋਕਸ ਹਿਊਮਨਸ ਨੂੰ ਮੂਨ ਤੇ ਲੈ ਕੇ ਜਾਣਾ ਵੀ ਹੈ, ਰਾਈਟ? ਸੋ ਮਤਲਬ ਹੈ ਕਿ ਇਹ ਹੋ ਸਕਦਾ ਹੈ ਕਿ ਇੰਡੀਅਨ ਐਸਟਰੋਨੌਟ ਵੀ ਮੂਨ ਤੇ ਜਾਵੇ ਐਜ਼ ਅ ਪਾਰਟ ਆਫ ਦਿਸ ਪ੍ਰੋਗਰਾਮ ਸਮਡੇ, ਰਾਈਟ? ਸੋ ਇਹ ਬਹੁਤ ਹੀ ਸਿਗਨੀਫਿਕੈਂਟ ਹੈ। ਇਸ ਚ ਪ੍ਰੀਲਿਮਸ ਤੇ ਵੀ ਤੁਹਾਨੂੰ ਆਰਟੇਮਿਸ ਅਕॉर्ड ਤੇ ਸਿੰਗੂਲਰਲੀ ਕੁਐਸਚਨ ਆ ਸਕਦਾ ਹੈ, ਤਾਂ ਇਹਦਾ ਅਲੱਗ ਵੀ ਨੋਟ ਬਣਾ ਕੇ ਰੱਖੋ ਐਂਡ ਹੇਅਰ ਆਲਸੋ ਇੰਡੀਆ ਯੂਐਸ ਦੀ ਟਾਈਸ ਚ ਤੁਸੀਂ ਮੈਂਸ਼ਨ ਕਰ ਸਕਦੇ ਹੋ। So these two main agreements have been signed. Third है कि space situational awareness agreement sign किया गया है, space नाल related certain knowledge base they will be sharing, right, basically. And finally निसार, ਇਹ ਨਿਊ ਨਹੀਂ ਹੈ, ਦੇਖੋ ਇਹ ਬਹੁਤ ਪੁਰਾਣਾ ਅਗਰੀਮੈਂਟ ਹੈ, ਇਸ ਤੇ ਆਲਰੇਡੀ ਯੂਪੀਐਸਸੀ ਪ੍ਰੀਲਿਮਸ ਚ ਕੁਐਸਚਨ ਨਿਸਾਰ ਸੈਟੇਲਾਈਟ ਤੇ ਆ ਚੁੱਕਿਆ ਹੈ, ਤਾਂ ਇਹ ਪੁਰਾਣਾ ਹੈ ਬਟ ਇੰਡੀਆ ਯੂਐਸ ਸਪੇਸ ਰਿਲੇਸ਼ਨਸ ਚ ਤੁਸੀਂ ਐਜ਼ ਐਨ ਐਗਜ਼ਾਮਪਲ ਮੈਂਸ਼ਨ ਕਰ ਸਕਦੇ ਹੋ, ਦੈਟ ਇਜ਼ ਵਾਈ ਆਈ ਹੈਵ ਇਨਕਲੂਡਡ ਇਟ। ਤੇ ਨਿਸਾਰ ਸੈਟੇਲਾਈਟ ਤੇ ਸਾਰੀ ਡਿਟੇਲ ਵੀ ਕੱਢ ਲਈ ਜਾਵੇ ਕਿਉਂਕਿ ਅਗੇਨ ਇਸ ਤੇ ਫੇਰ ਕੁਐਸਚਨ ਆ ਸਕਦਾ ਹੈ, ਯੂਪੀਐਸਸੀ ਪ੍ਰੀਲਿਮਸ ਚ ਆ ਗਿਆ ਹੈ, ਪੀਪੀਐਸਸੀ ਪ੍ਰੀਲਿਮਸ ਚ ਦੁਬਾਰਾ ਆ ਸਕਦਾ ਹੈ, ਯੂਪੀਐਸਸੀ ਚ ਵੀ ਅਗੇਨ ਰਿਪੀਟ ਹੋ ਸਕਦਾ ਹੈ। for whatever exam you are preparing, this is important. Nisar, Artemis, Cod for prelims, right? Rest all the points you can use in your main answers, right? Next area, science and technology, which number of agreements ਜਿਵੇਂ ਕਹਿ ਰਿਹਾ 2 dozen areas, ਮਤਲਬ 20 ਤੋਂ ਜ਼ਿਆਦਾ ਟੈਕਨੋਲੋਜੀ ਦੇ ਏਰੀਆ ਵਿੱਚ ਅਗਰੀਮੈਂਟਸ ਤੇ ਇੰਟੈਂਸ਼ਨਸ ਸਾਈਨ ਹੋਈਆਂ ਹੈ, ਰਾਈਟ? ਸਭ ਤੋਂ ਪਹਿਲਾਂ ਜਿਹੜਾ ਸਭ ਤੋਂ ਇੰਪੋਰਟੈਂਟ ਹੈ ਜੁਆਇੰਟ ਇੰਡੀਆ ਯੂਐਸ ਕੁਆਂਟਮ ਕੋਆਰਡੀਨੇਸ਼ਨ ਮੈਕੈਨਿਜ਼ਮ, ਕੁਆਂਟਮ ਟੈਕਨੋਲੋਜੀ ਦੇ ਵਿੱਚ ਦੋਨੋਂ ਕੋਲੈਬੋਰੇਟ ਕਰਨਗੀਆਂ ਬੇਸਿਕਲੀ, ਠੀਕ ਹੈ? ਜ਼ਿਆਦਾ ਲਾਈਨਾਂ ਯਾਦ ਨਹੀਂ ਕਰਨੀਆਂ ਹੈ, ਯੂ ਹੈਵ ਟੂ ਜਸਟ ਰਿਮੈਂਬਰ ਦਿਸ ਨੇਮ ਟੂ ਸ਼ੋਕੇਸ ਇਨ ਯੋਰ ਆਂਸਰਸ ਕਿ ਕਿਸ ਕਿਸ ਏਰੀਆ 'ਚ ਕੋਲੈਬੋਰੇਟ ਕਰ ਰਹੇ ਨੇ, ਰਾਈਟ? ਸੈਕੰਡਲੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਏਰੀਆ ਵਿੱਚ ਵੀ they have signed an agreement to be able to take forward the relation forward. 5G 6G technologies ਦੇ ਵਿੱਚ they have tried to take the cooperation forward, ਠੀਕ ਹੈ? next ਹੈਗਾ ਹੈ very important semiconductors ਦੇ ਏਰੀਆ ਵਿੱਚ, Micron is a US based company in the area of semiconductors, and this country has announced plans to set up new assembly and test facility in Gujarat itself. ठीक है? semiconductors देखो बहुत important है science and technology ਦੇ area ਚ, this also you have to do for prelims and mains both। semiconductors ਦਾ ਦੇਖੋ ਕੀ ਫਾਇਦਾ ਹੈ, ਡਿਜੀਟਲ ਇੰਡੀਆ ਦੀ ਆਪਾਂ ਗੱਲ ਕਰਦੇ ਹਾਂ ਜਾਂ ਪੂਰਾ ਵਰਲਡ ਹੀ ਡਿਜੀਟਲ ਹੁੰਦਾ ਜਾਂਦਾ ਹੈ, ਸਾਡੀ ਪੇਮੈਂਟ, ਸਾਡਾ ਟੀਵੀ, everything is digitally linked and connected now, right? ਸੋ ਇਸੇ ਲਈ ਡਿਜੀਟਲ ਇਕਵਿਪਮੈਂਟਸ ਜਿਹੜੇ ਹੈ ਉਹ ਬੇਸਿਕਲੀ ਚਿਪਸ ਤੇ ਚੱਲਦੇ ਹੈ ਐਂਡ these chips are they need semiconductors। ਸੋ ਸੈਮੀਕੰਡਕਟਰਸ ਅੱਜ ਦੀ ਮੈਨੂਫੈਕਚਰਿੰਗ ਇੰਡਸਟਰੀ ਦੀ ਬੈਕਬੋਨ ਹੈ, ਤੁਸੀਂ ਕਹਿ ਸਕਦੇ ਹੋ। ਇਹ ਮੇਜਰਲੀ ਯੂਐਸ ਤੇ ਚਾਈਨਾ ਹੀ ਇਹੋ ਜਿਹੀ ਕੰਟਰੀਜ਼ ਹੈ ਜਿਹੜੀਆਂ ਕਿ ਇਹਦੇ ਵਿੱਚ ਲੀਡ ਕਰ ਰਹੀਆਂ ਹੈ। ਨਾਓ ਇੰਡੀਆ ਆਲਸੋ ਵਾਂਟਸ ਟੂ ਮੈਨੂਫੈਕਚਰ ਥੀਸ ਸੈਮੀਕੰਡਕਟਰਸ ਵਿਦ ਇਨ ਇੰਡੀਆ ਸੋ ਦੈਟ ਇਨ ਚਾਈਨਾ ਜਿਹੀ ਜਿਹੀ ਕੰਟਰੀ ਤੇ ਡਿਪੈਂਡੈਂਸੀ ਘਟਾਈ ਜਾ ਸਕੇ। ਤਾਈਵਾਨ ਬਹੁਤ ਹੀ ਵੱਡਾ ਪ੍ਰੋਵਾਈਡਰ ਹੈ ਜੋ ਕਿ ਚਾਈਨਾ ਹੀ ਕਾਈਂਡ ਆਫ ਕਲੇਮ ਕਰਦੀ ਹੈ ਐਜ਼ ਅ ਪਾਰਟ ਆਫ ਇਟ, ਦੈਟ ਇਜ਼ ਐਨ ਅਨਦਰ ਸਟੋਰੀ, ਉਸ 'ਚ ਨਹੀਂ ਜਾਂਦੇ। ਬਟ ਇਹ ਹੈ ਕਿ ਇਹ ਸੈਲਫ ਸਫੀਸ਼ੀਐਂਸੀ ਆਫ ਦਿਸ ਰਿਸੋਰਸ ਵਿੱਚ ਇਨਸ਼ੋਰ ਕਰੇਗਾ ਇੰਡੀਆ ਲਈ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਅਗਰੀਮੈਂਟ ਹੈ। ਇਸ ਲਈ ਸੈਮੀਕੰਡਕਟਰਸ ਦਾ ਟੌਪਿਕ ਵੀ ਇੰਪੋਰਟੈਂਟ ਬਣ ਜਾਂਦਾ ਹੈ ਐਂਡ ਦਿਸ ਪੁਆਇੰਟ ਇਜ਼ ਆਲਸੋ ਵੈਰੀ ਇੰਪੋਰਟੈਂਟ। ਤਾਂ ਇਹ ਕੰਪਨੀ ਨੇ ਕਮਿਟ ਕੀਤਾ ਹੈ ਦੈਟ 16,000 ਕਰੋੜ ਤੋਂ ਜ਼ਿਆਦਾ ਰੁਪਇਆ ਇਹਦੇ ਲਈ ਇਹ ਇਨਵੈਸਟ ਕਰਨਗੇ। ਸਮ ਇੰਡੀਅਨ ਗਵਰਨਮੈਂਟ ਵਿਲ ਬੀ ਪ੍ਰੋਵਾਈਡਿੰਗ 50% ਦੇ ਅਰਾਊਂਡ, ਬਾਕੀ ਜੋ ਗੁਜਰਾਤ ਹੈ ਉਹ ਪ੍ਰੋਵਾਈਡ ਕਰੇਗਾ ਐਂਡ ਰੈਸਟ ਦੇ ਵਿਲ ਬੀ ਇਨਵੈਸਟਿੰਗ, ਠੀਕ ਹੈ? ਇਸ ਦੇ ਕਰਕੇ ਬਹੁਤ ਸਾਰੀ ਜੌਬਸ ਜਿਹੜੀਆਂ ਹੈ ਉਹ ਵੀ ਇੰਡੀਆ ਵਿੱਚ ਕ੍ਰੀਏਟ ਹੋਣਗੀਆਂ। ਸੋ this agreement will give India multiple benefits, self sufficiency, made in India ਨੂੰ ਪ੍ਰਮੋਟ ਕਰੇਗਾ, jobs create ਕਰੇਗਾ ਐਂਡ ਜਦ ਸੈਲਫ ਸਫੀਸ਼ੀਐਂਸੀ ਹੋ ਜਾਏਗੀ ਤਾਂ ਇੰਡੀਆ ਕੈਨ ਫੋਕਸ ਔਨ ਐਕਸਪੋਰਟਸ ਆਲਸੋ, ਰਾਈਟ? ਚਾਈਨਾ ਤੇ ਡਿਪੈਂਡੈਂਸੀ ਵੀ ਡਿਕਰੀਜ਼ ਕਰਨ 'ਚ ਇਹ ਹੈਲਪ ਕਰੇਗਾ, right? That is how you have to make the notes also. All of these details you will get again in the mentorship course, so see you there when you join it. It is going to help you hugely, right? So that is how this agreement is there.
ਨੈਕਸਟ ਹੈਗਾ ਹੈ ਅਪਲਾਈਡ ਮਟੀਰੀਅਲਸ, ਅਨਦਰ ਕੰਪਨੀ ਹੈ USA ਦੀ, ਇਹਨੇ ਵੀ ਕਮਿਟ ਕੀਤਾ ਹੈ ਕਿ ਇੰਜੀਨੀਅਰਿੰਗ ਸੈਂਟਰ ਦੇ ਵਿਲ ਸੈਟ ਅਪ ਇਨ ਇੰਡੀਆ, ਤਾਂ ਕਿ ਇੱਥੇ ਟ੍ਰੇਨਿੰਗ ਐਂਡ ਮੈਨ ਪਾਵਰ ਡਿਵੈਲਪ ਕੀਤੀ ਜਾ ਸਕੇ। ਐਂਡ ਫਾਈਨਲੀ ਲੈਮ ਰਿਸਰਚ ਇੱਕ ਕੰਪਨੀ ਹੈ ਜਿਹਨੇ ਇੰਡੀਆ ਵਿੱਚ 60,000 ਇੰਜੀਨੀਅਰਸ ਨੂੰ ਟ੍ਰੇਨ ਕਰਨ ਲਈ ਇੰਟੈਂਸ਼ਨ ਅਗਰੀਮੈਂਟ ਸ਼ੋ ਕੀਤਾ ਹੈ, ਰਾਈਟ। ਆਲ ਆਫ ਥੀਸ ਕੀ ਪੁਆਇੰਟਸ ਯੂ ਹੈਵ ਟੂ ਰਿਮੈਂਬਰ। ਠੀਕ ਹੈ ਜੀ। ਜਿਹੜਾ ਕ੍ਰਿਟੀਕਲ ਐਂਡ ਇਮਰਜਿੰਗ ਰਹਿ ਗਿਆ, ਇਹ ਪਹਿਲਾਂ ਤੋਂ ਹੀ ਇਨੀਸ਼ੀਏਟਿਵ ਚੱਲ ਰਿਹਾ ਹੈ, ਆਲਮੋਸਟ ਮਾਰਚ ਦੇ ਅਰਾਊਂਡ 2023 ਦੀ ਗੱਲ ਕਰ ਰਹੀ ਹੈ। ਦੋਨੋਂ ਕੰਟਰੀਜ਼ ਦੇ NSAs ਮਿਲੇ ਸੀ। ਇਹ ਇਸ ਲਈ ਮੈਨੂੰ ਪਤਾ ਹੈ ਕਿਉਂਕਿ ਮੈਂ ਆਲਰੇਡੀ ਇਹ ਡਿਸਕਸ਼ਨ 'ਚ ਤੁਹਾਡੇ ਨਾਲ ਡਿਸਕਸ ਕਰ ਚੁੱਕੀ। ਤਾਂ ਉਦੋਂ ਇਹ ਇਨੀਸ਼ੀਏਟਿਵ ਲਾਂਚ ਹੋਇਆ ਸੀ। ਇਹ ਬੇਸਿਕਲੀ ਤੁਸੀਂ ਕਹਿ ਸਕਦੇ ਹੋ ਅੰਬਰੇਲਾ ਇਨੀਸ਼ੀਏਟਿਵ ਹੈ ਇਹ ਸਾਰੇ ਇਨੀਸ਼ੀਏਟਿਵਸ ਲਈ, ਕਿਉਂਕਿ ਇਸ 'ਚ ਹੀ ਇਹ ਇੰਟੈਂਸ਼ਨ ਸ਼ੋ ਕੀਤੀ ਗਈ ਸੀ ਕਿ ਇੰਡੀਆ ਐਂਡ US ਦੇ ਵਿਲ collaborate on all the critical and emerging technologies of the future, ਜਿਵੇਂ ਕਿ AI ਹੋ ਗਿਆ, 5G ਹੋ ਗਿਆ, quantum computing ਹੋ ਗਈ, semiconductors, all these areas the two countries will cooperate। ਤੇ ਹੁਣ ਦੇਖੋ ਇੱਕ ਇੱਕ ਕਰਕੇ ਇਹਨਾਂ ਵਿੱਚ agreement ਵੀ ਸਾਈਨ ਹੋ ਚੁੱਕੇ ਨੇ, right? So this is the umbrella agreement. This also you will mention in your answers. We have already covered in the previous discussions if you want to know the details, right? Now that is what at international level ਹੁਣ ਇਹਨਾਂ ਨੇ ਕਿਆ ਕਿਹਾ ਹੈ, right? We have discussed space, defense and all other। so ਦੇਖੋ ਇੱਕ ਹੋਰ ਵੀ agreements ਤੋਂ ਇਲਾਵਾ ਬਹੁਤ important ਜਿਹੜੀ ਡਿਵੈਲਪਮੈਂਟ ਹੋਈ ਹੈ ਇਸ ਮੀਟ ਦੇ ਦੌਰਾਨ, ਬਹੁਤ ਸਾਰੇ ਇਸ਼ੂਜ਼ ਚੱਲਦੇ ਰਹਿੰਦੇ ਆ ਇੰਡੀਆ US ਦੇ ਵਿੱਚ। ਸਮ ਆਰ ਆਲਸੋ ਕਾਲਡ ਐਜ਼ ਸਮਾਲ ਟ੍ਰੇਡ ਵਾਰ ਦੀ ਤਰ੍ਹਾਂ। ਠੀਕ ਹੈ, ਟ੍ਰੇਡ ਦੇ ਵਿੱਚ ਦੇ ਆਰ ਫਾਈਟਿੰਗ ਵਿਦ ਈਚ ਅਦਰ, ਜਿਵੇਂ ਕਿ ਟੈਕਸਿਸ, ਕਸਟਮ ਡਿਊਟੀਜ਼ ਵਗੈਰਾ ਲਗਾ ਦਿੰਦੇ ਇੱਕ ਦੂਸਰੇ ਦੇ ਪ੍ਰੋਡਕਟਸ ਵਿੱਚ, ਰਾਈਟ। ਸੋ ਉਹਨਾਂ ਨੂੰ ਵੀ ਸੋਲਵ ਕਰਨ ਲਈ ਦੇ ਹੈਵ ਟਰਮੀਨੇਟਡ 6 ਕੀ ਟ੍ਰੇਡ ਡਿਸਪਿਊਟਸ ਐਟ WTO ਜਗ੍ਹਾ ਜਿੱਥੇ ਸਾਰੇ ਮਤਲਬ ਇਸ਼ੂਜ਼ ਆਪਦੇ ਡਿਸਪਿਊਟ ਜਿਹੜੇ ਆਪਦੇ ਸੋਲਵ ਕਰਦੇ ਆ, ਡਿਸਕਸ ਕਰਦੇ ਹੈ। ਸੋ ਦੇਅਰ ਦੇ ਹੈਵ agreed to terminate 6 key trade disputes। This is again a very important development। ਇਹਨੂੰ ਵੀ ਤੁਸੀਂ ਆਨਸਰਸ 'ਚ ਮੈਂਸ਼ਨ ਕਰ ਸਕਦੇ ਹੋ, ਰਾਈਟ। ਫਾਈਨਲੀ ਚੈਲੰਜਸ ਹਜੇ ਵੀ ਰਹਿੰਦੇ ਆ, ਐਂ ਤਾਂ ਹੈ ਨਹੀਂ ਕਿ ਇੰਡੀਆ US ਦਾ ਰਿਲੇਸ਼ਨ ਜਿਹੜਾ ਹੈ ਆਲ ਸਮੂਥ ਚੱਲ ਰਿਹਾ ਹੈ। ਈਵਨ ਤੁਹਾਡੇ ਪਰਸਨਲ ਰਿਲੇਸ਼ਨਸ਼ਿਪਸ ਵੀ, ਚਾਹੇ ਤੁਹਾਡੇ ਮਾਪਿਓ ਕਿੰਨੇ ਵੀ ਕਲੋਜ਼ ਹੈ, ਫਿਰ ਵੀ ਇਸ਼ੂਜ਼ ਤਾਂ ਰਹਿੰਦੇ ਹੈ, ਚੈਲੰਜਸ ਰਹਿੰਦੇ ਹੈ, right? So that kind of challenge still is there। that is the concept of GSP, right? Again I won't go into the detail because बहुत लंबा concept है, it will take another half an hour to explain this। please read it in your IR part, static part, but keep this point in the challenges of India US relation, right? That is how you have to accumulate points and all, right? Again mentorship program which you will get to know more, join the program, get the link in the description box। now ਇਸ ਤੋਂ ਇਲਾਵਾ ਕੁਝ ਪ੍ਰੀ ਸਪੈਸੀਫਿਕ ਡਾਟਾ ਹੈ ਜਿਹੜੇ ਕਿ ਮੋਦੀ ਜੀ ਨੇ ਗਿਫਟਸ ਦਿੱਤੇ ਹੈ ਜਾਂ ਉਹਨਾਂ ਨੇ ਆਪਾਂ ਨੂੰ ਗਿਫਟਸ ਦਿੱਤੇ ਹੈ, ਇਹ ਸਾਰੇ ਜਿਹੜੇ ਹੈ ਕਿਵੇਂ ਨਾ ਕਿਵੇਂ ਪ੍ਰੀਲਿਮਸ 'ਚ ਅਪੀਅਰ ਹੋ ਸਕਦੇ ਹੈ। ਸੋ ਆਈ ਹੈਵ ਪ੍ਰੋਵਾਈਡਡ ਡਾਟਾ ਹੇਅਰ ਔਨ ਈਚ ਆਫ ਦ ਗਿਫਟ ਦੈਟ ਹੈਜ਼ ਬੀਨ ਗਿਵਨ ਬਾय ਮੋਦੀ ਜੀ। so go through these details, right? you can be asked। lab grown diamond ਜਿਹੜਾ ਹੈ ਬਹੁਤ ਇੰਪੋਰਟੈਂਟ ਹੈ ਸਾਇੰਸ ਐਂਡ ਟੈਕਨੋਲੋਜੀ ਵਿੱਚ, ਇਹ ਤੇ ਮੇਨਸ ਦਾ ਕੁਐਸਚਨ ਵੀ ਆ ਸਕਦਾ ਹੈ ਕਿ how these lab grown diamonds are created। especially PPSC is known for asking questions on difficult technologies ਜਿਹਦੇ ਬਾਰੇ ਆਪਾਂ ਨੂੰ ਜਨਰਲ ਨੌਲੇਜ ਨਹੀਂ ਹੁੰਦੀ। ਸੋ ਗੋ ਥਰੂ ਦਿਸ ਕਿ ਕਿਵੇਂ ਲੈਬ ਗਰੋਨ ਡਾਇਮੰਡਸ ਬਣਦੇ ਨੇ। ਦੇਰ ਇਜ਼ ਅ ਪੋਟੈਂਸ਼ੀਅਲ, ਅਦਰਵਾਈਜ਼ ਆਲਸੋ ਦੇਰ ਇਜ਼ ਨੋ ਹਾਰਮ ਇਨ ਨੋਇੰਗ ਇਟ। ਐਟਲੀਸਟ ਤੁਹਾਨੂੰ ਪਤਾ ਤਾਂ ਹੋਣਾ ਚਾਹੀਦਾ ਲੈਬ ਗਰੋਨ ਡਾਇਮੰਡ ਕੀ ਹੁੰਦਾ, ਨੋਰਮਲ ਨੈਚੁਰਲ ਡਾਇਮੰਡਸ ਕਿਆ ਹੁੰਦੇ ਨੇ, ਰਾਈਟ। ਅਦਰਵਾਈਜ਼ ਇਹ ਸਾਰੀ ਇਨਫੋਰਮੇਸ਼ਨ ਕਰ ਲੀਜੀਏ, ਇਹ ਪ੍ਰੀਲਿਮਸ ਵਿੱਚ ਕੰਮ ਆ ਸਕਦੀ ਹੈ, ਰਾਈਟ। there is nothing to explain here, so I am skipping it। ਨਕਸਲ ਵਾਲਾ ਜਿਵੇਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਨਕਸਲਿਜ਼ਮ ਨੂੰ ਡਿਟੇਲ ਵਿੱਚ 27 ਤੇ 28 ਦੀ ਵੀਡੀਓ ਵਿੱਚ, April ਦੀ ਵੀਡੀਓ 'ਚ ਮੈਂ ਡਿਸਕਸ ਕਰ ਚੁੱਕੀ ਹਾਂ। ਯੂ ਕੈਨ ਗੋ ਇਨਟੂ ਦੀ April ਪਲੇਲਿਸਟ, April ਦੀ ਅਲੱਗ ਤੋਂ ਬਣੀ ਪਈ ਹੋਏਗੀ ਕਰੰਟ ਅਫੇਅਰਸ ਦੀ ਪਲੇਲਿਸਟ। ਜਸਟ ਗੋ ਟੂ ਦੈਟ ਪਲੇਲਿਸਟ ਤੇ ਉਸ ਡਿਸਕਸ਼ਨ ਵਿੱਚ ਇਹਦੀ ਡਿਟੇਲ ਜਿਹੜੀਆਂ ਕਵਰ ਕਰ ਲਓ, ਰਾਈਟ। ਨੈਕਸਟ ਟੌਪਿਕ ਜਿਹੜਾ ਹੈ, ਦੇਖੋ ਪੰਜਾਬ ਇਜ਼ ਟਰਾਈਂਗ ਟੂ ਪ੍ਰਮੋਟ ਟੂਰਿਜ਼ਮ ਇਨ ਪੰਜਾਬ। ਸੋ ਇਸੇ ਲਈ ਜਿਹੜੇ ਪੰਜਾਬ ਦੀ ਟੂਰਿਸਟ ਮਿਨਿਸਟਰ ਹੈ ਅਨਮੋਲ ਗਰਗ ਜੀ, ਅਨਮੋਲ ਗਗਨ ਜੀ, ਨੋਟ ਗਰਗ, ਠੀਕ ਹੈ। ਇਹਨਾਂ ਨੇ 15.5 ਕਰੋੜ ਰੁਪਇਆ ਜਿਹੜਾ ਹੈ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ ਫਿਰੋਜ਼ਪੁਰ ਡਿਸਟ੍ਰਿਕਟ ਲਈ ਦਿੱਤਾ ਹੈ। ਫਿਰੋਜ਼ਪੁਰ ਡਿਸਟ੍ਰਿਕਟ ਇਜ਼ ਅਵਰ ਬਾਰਡਰ ਡਿਸਟ੍ਰਿਕਟ, ਕਾਫੀ ਅੰਡਰ ਡਿਵਲਪਮੈਂਟ ਹੁੰਦੀ ਹੈ ਜੇ ਡਿਸਟ੍ਰਿਕਟਸ 'ਚ। ਟੂਰਿਜ਼ਮ ਬੂਸਟ ਕੀਤਾ ਜਾਏਗਾ ਤਾਂ ਡਿਸਟ੍ਰਿਕਟ ਵਿੱਚ ਨੋਰਮਲਾਈਜੇਸ਼ਨ ਵੀ ਆਏਗੀ, ਰਾਈਟ। ਐਂਡ ਡਿਵਲਪਮੈਂਟ ਵੀ ਪ੍ਰਮੋਟ ਹੋਏਗੀ, ਜੌਬਸ ਪ੍ਰਮੋਟ ਹੋਣਗੀਆਂ, ਇਕਨੋਮਿਕ ਐਕਟੀਵਿਟੀ ਪ੍ਰਮੋਟ ਹੋਏਗੀ।
काफ़ी अच्छा इनिशिएटिव है टू बूस्ट द इकोनॉमी ऑफ दिस डिस्ट्रिक्ट, सो एज एन एग्जाम्पल यू कैन यूज दिस। ठीक है, ਅੱਗੇ ਇਹ ਮਿਨਿਸਟਰ ਨੇ ਇਹ ਵੀ ਕਿਹਾ ਕਿ ਅਸੀਂ ਅੱਗੇ ਜਾ ਕੇ ਵੀ ਐਂਗਲੋ ਸਿੱਖ ਵਾਰ ਸਰਕਿਟ ਕ੍ਰੀਏਟ ਕਰਨ ਤੇ ਫੋਕਸ ਕਰ ਰਹੇ ਹਾਂ। ਮੈਮੋਰੀਅਲਸ ਵਗੈਰਾ ਬਣਾਏ ਜਾਣਗੇ ਪੰਜਾਬ ਦੇ ਇੰਪੋਰਟੈਂਟ ਹਿਸਟੋਰਿਕ ਜਗ੍ਹਾਵਾਂ ਤੇ ਐਂਡ ਸਪੈਸ਼ਲੀ ਫਿਰੋਜ਼ਪੁਰ ਵਿੱਚ, ਜਿਹਦੇ ਲਈ ਪੈਸਾ ਹੁਣ जो है एलोकेट होया है, right? So it is just an example of how Punjab is trying to diversify away from agriculture to strengthen the economy of various areas of Punjab। ठीक है, tourism is one great way। ਤੁਹਾਨੂੰ ਪਹਿਲਾਂ ਵੀ ਮੈਂ ਦੱਸਿਆ ਸੀ ਪੰਜਾਬ ਵਿੱਚ ਬਹੁਤ ਕੁਝ ਹੈ। ਠੀਕ ਹੈ, ਇਵਨ ਆਪਣੀ ਵਿਲੇਜ ਲਾਈਫ ਆਪਾਂ ਸ਼ੋਕੇਸ ਕਰ ਸਕਦੇ ਹਾਂ ਬਾਈ ਪ੍ਰਮੋਟਿੰਗ ਵਿਲੇਜ ਟੂਰਿਜ਼ਮ। ਡੀਡੀਐਲਜੇ 'ਚ ਤੁਸੀਂ ਦੇਖਿਆ ਹੋਣਾ ਸਰਸੋਂ ਦੇ ਬਾਗ ਖੇਤ ਕਿੰਨੇ ਫੇਮਸ ਕਰ ਦਿੱਤੇ ਆ ਡੀਡੀਐਲਜੇ ਨੇ। ਠੀਕ ਹੈ, ਅੱਜ ਕੱਲ੍ਹ ਦੇ ਜਿਹੜੇ ਬੱਚੇ ਹੈ ਉਹ ਸ਼ਹਿਰਾਂ ਵਿੱਚ ਰਹਿੰਦੇ ਆ, ਦੇ ਡੂ ਨਾਟ ਨੋ ਅਬਾਊਟ ਵਿਲੇਜ ਲਾਈਫ। ਤੁਸੀਂ ਚੰਡੀਗੜ੍ਹ ਏਅਰਪੋਰਟ ਤੇ ਜਾਓ, ਦੇਰ ਦੇ ਹੈਵ ਪੋਰਟਰੇਡ ਵਿਲੇਜ ਲਾਈਫ, ਜਿਹੜੀ ਆਪਾਂ ਬਚਪਨ 'ਚ ਦੇਖਦੇ ਰਹੇ ਹਾਂ, ਰਹਿੰਦੇ ਰਹੇ ਹਾਂ। ਦੇ ਹੈਡ ਟੂ ਸ਼ੋਕੇਸ ਇਟ ਦੇਅਰ। ਓਬਵੀਅਸਲੀ ਫੋਰਨਰਸ ਲਈ ਵੀ ਹੈ, ਬਟ ਮੈਂ ਦੇਖਿਆ ਕਿ ਬਹੁਤ ਸਾਰੇ ਇੰਡੀਅਨ ਜਿਹੜੇ ਆਪਦੇ ਬੱਚਿਆਂ ਨੂੰ ਦਿਖਾ ਰਹੇ ਸੀ। ਦੈਟ ਮੀਨਸ ਆਵਰ ਚਿਲਡਰਨ ਆਰ ਲੂਜ਼ਿੰਗ ਕਨੈਕਟ ਵਿਦ ਆਵਰ ਹੈਰੀਟੇਜ, ਆਵਰ ਨੋਰਮਲ ਲਾਈਫਸ। ਤਾਂ ਆਪਾਂ ਵਿਲੇਜ ਟੂਰਿਜ਼ਮ ਦੇ ਥਰੂ ਦੇਖੋ ਆਪਦੀ ਇਕੋਨਮੀ ਵੀ ਬੂਸਟ ਕਰ ਸਕਦੇ ਹੈ ਤੇ ਆਪਦੇ ਬੱਚਿਆਂ ਨੂੰ ਰੂਟਡ ਵੀ ਰੱਖ ਸਕਦੇ ਹੈ। ਦੈਟ ਇਜ਼ ਆਲਸੋ ਐਨ ਏਰੀਆ ਵੇਅਰ ਪੰਜਾਬ ਕੈਨ ਫੋਕਸ। ਪੰਜਾਬ ਵਿੱਚ ਇੰਨੇ ਹਰੇ ਭਰੇ ਵਿਲੇजेस ਹੈ, ਵੈਲ ਡਿਵਲਪਡ ਵਿਲੇजेस ਹੈ। ਪੰਜਾਬ ਵਿੱਚ ਤਾਂ ਇਸ਼ੂ ਵੀ ਨਹੀਂ ਹੋਣਾ ਚਾਹੀਦਾ ਵਿਲੇਜ ਟੂਰਿਜ਼ਮ ਨੂੰ ਪ੍ਰਮੋਟ ਕਰਨ ਲਈ, right? All of these keywords you can use this example also, this also in your answers and in your interview questions also। ਮੇਰੇ ਤੋਂ ਵੀ ਇਹ ਕਾਫੀ mock interviews ਕੀਤਾ ਗਿਆ ਸੀ। This idea was appreciated there, right? ਲਾਸਟ ਸਾਹਿਤਿਆ ਅਕੈਡਮੀ, ਅਗੇਨ ਪ੍ਰੀਲਿਮਸ ਲਈ ਇੰਪੋਰਟੈਂਟ ਹੈ, ਮੇਨਸ 'ਚ ਇਸ ਨਾਲ ਰਿਲੇਟਡ ਕੁਛ ਜ਼ਿਆਦਾ ਨਹੀਂ ਪੁੱਛਿਆ ਜਾਣਾ ਚਾਹੀਦਾ, ਰਾਈਟ? ਸਾਹਿਤਿਆ ਅਕੈਡਮੀ ਕਿਆ ਹੈ? ਦੇਖੋ ਇੰਡੀਆ ਦੀ, ਪਹਿਲਾਂ ਸਾਹਿਤਿਆ ਅਕੈਡਮੀ ਬਾਰੇ ਦੱਸਦੀ ਹੈ। ਇੰਡੀਆ ਦੀ ਪ੍ਰੀਮੀਅਰ ਲਿਟਰਰੀ ਏਜੰਸੀ ਹੈ, ਐਸਟੈਬਲਿਸ਼ਡ ਇਨ 1954। ਹਰ ਸਾਲ 24 ਅਵਾਰਡਸ ਦਿੰਦੀ ਹੈ ਇਨ 24 ਡਿਫਰੈਂਟ ਲੈਂਗੁਏਜਸ। 24 ਲੈਂਗੁਏਜਸ ਕਿਹੜੀਆਂ ਹੈ? 22 ਜਿਹੜੀਆਂ ਆਪਣੀ ਕਨਸਟੀਟਿਊਸ਼ਨ ਦੇ ਕਿਹੜੇ ਸ਼ਡਿਊਲ ਵਿੱਚ ਲਿਖੀਆਂ ਹੋਈਆਂ ਹੈ? ਯੂ ਵਿਲ ਟੈਲ ਮੀ ਸ਼ਡਿਊਲਡ ਲੈਂਗੁਏਜਸ ਕਿਹੜੇ ਸ਼ਡਿਊਲ ਵਿੱਚ ਲਿਖੀਆਂ ਗਈਆਂ ਹੈ? 22 ਉਹ ਲੈਂਗੁਏਜਸ ਪਲੱਸ ਇੰਗਲਿਸ਼ ਐਂਡ ਰਾਜਸਥਾਨੀ। ਇਹਨਾਂ 24 ਲੈਂਗੁਏਜਸ ਵਿੱਚ 24 ਅਵਾਰਡ ਹਰ ਸਾਲ ਇਹ ਦਿੰਦੇ ਨੇ, ਰਾਈਟ? ਇਹ ਇੰਡੀਆ ਦਾ ਸੈਕਿੰਡ ਹਾਈਐਸਟ ਲਿਟਰਰੀ ਓਨਰ ਹੈ, ਰਾਈਟ? ਫਰਸਟ ਹਾਈਐਸਟ ਕਿਹੜਾ ਹੈ? ਜਨਾਨਪੀਠ। ਠੀਕ ਹੈ, ਜਿਵੇਂ ਹਰ ਏਰੀਆ ਦੇ ਅਵਾਰਡਸ ਹੁੰਦੇ ਨੇ, ਲਿਖਣ ਵਾਲੇ ਵਿੱਚ, ਰਾਈਟਿੰਗ ਵਿੱਚ ਇਹ ਸੈਕਿੰਡ ਹਾਈਐਸਟ ਇੰਡੀਆ ਦਾ ਅਵਾਰਡ ਹੈ। ਸਭ ਤੋਂ ਵੱਡਾ ਓਨਰ ਹੁੰਦਾ ਜਨਾਨਪੀਠ। ਦੈਟ ਇਜ਼ ਆਲਸੋ ਇੰਪੋਰਟੈਂਟ, ਉੱਤੇ ਵੀ ਡਿਟੇਲਸ ਕਰ ਲਿਓ ਤੁਸੀਂ। ਦਿਸ ਸਾਹਿਤਿਆ ਅਕੈਡਮੀ ਅਵਾਰਡ ਇਜ਼ ਦੀ ਸੈਕਿੰਡ ਹਾਈਐਸਟ। ਚੂਜ਼ ਕਿਵੇਂ ਹੁੰਦਾ ਹੈ? ਇੰਡੀਅਨ ਨੈਸ਼ਨੈਲਿਟੀ ਦੇ ਬੰਦੇ ਨੂੰ ਹੀ ਦਿੱਤਾ ਜਾਂਦਾ ਹੈ, ਰਾਈਟ? ਇੰਡੀਅਨ ਸਿਟੀਜ਼ਨ ਹੋਣਾ ਚਾਹੀਦਾ ਹੈ, ਇੰਡੀਅਨ ਨੈਸ਼ਨਲ ਹੋਣਾ ਚਾਹੀਦਾ ਹੈ, ਦੈਟ ਪਰਸਨ ਵਿਲ ਗੈਟ ਦਿਸ ਅਵਾਰਡ, ਰਾਈਟ? ਤੇ ਹੋਰ ਕੰਡੀਸ਼ਨਸ ਆ ਤੁਸੀਂ ਦੇਖ ਸਕਦੇ ਹੋ। ਦਿਸ ਇਜ਼ ਇੰਪੋਰਟੈਂਟ ਟੂ ਰਿਮੈਂਬਰ, ਰਾਈਟ? ਸਾਹਿਤਿਆ ਅਕੈਡਮੀ ਅਵਾਰਡ ਦੀ ਕੈਟਾਗਰੀਜ਼ ਵੀ ਇਹਨਾਂ ਨੇ ਬਣਾ ਦਿੱਤੀ ਹੈ। ਬਾਲ ਸਾਹਿਤਿਆ ਪੁਰਸਕਾਰ, ਮਤਲਬ ਚਿਲਡਰਨ ਲਿਟਰੇਚਰ ਲਈ, ਬੱਚਿਆਂ ਲਈ ਜੋ ਲਿਖਦੇ ਆ, ਸਪੈਸੀਫਿਕਲੀ ਚਿਲਡਰਨ ਬੁੱਕਸ ਜਿਵੇਂ ਆਪਾਂ ਕਹਿੰਦੇ ਹੁੰਨੇ ਹੈ, ਉਹ ਕੈਟਾਗਰੀ 'ਚ ਅਲੱਗ ਤੋਂ ਅਵਾਰਡ ਦਿੰਦੇ ਨੇ। ਤੇ ਯੁਵਾ ਪੁਰਸਕਾਰ ਉਹੀ ਅਡੋਲਸੈਂਟਸ ਲਈ, ਬੱਚਿਆਂ ਲਈ ਜੋ ਲਿਖੇ ਜਾਂਦੇ ਆ ਏਜ ਆਫ 35 ਤੋਂ ਬਿਲੋ, ਔਥਰ ਜਿਹੜਾ ਹੁੰਦਾ ਏਜ ਦਾ, ਉਹਨੂੰ ਦਿੱਤਾ ਜਾਂਦਾ ਹੈ ਟੂ ਇਨਕਰੇਜ ਰਾਈਟਿੰਗ ਇਨ ਫਿਊਚਰ, ਰਾਈਟ? ਯੰਗ ਆਥਰਸ ਨੂੰ ਇਹ ਅਵਾਰਡ ਦਿੱਤਾ ਜਾਂਦਾ ਹੈ, ਕਹਿ ਸਕਦੇ ਹੋ। ਇਹਦੀਆਂ ਕੈਟਾਗਰੀਜ਼ ਹੈ। ਸੋ ਇਹ ਕੈਟਾਗਰੀਜ਼ ਲਈ ਹੀ ਹੁਣ ਅਵਾਰਡਸ ਜਿਹੜੇ ਹੈ ਇਹ ਘੋਸ਼ਿਤ ਹੋਏ ਨੇ, ਰਾਈਟ? ਸੋ ਬਾਲ ਸਾਹਿਤਿਆ ਪੁਰਸਕਾਰ 22 ਇਹਦੇ ਰੈਸੀਪੀਐਂਟਸ ਹੈ, 22 ਲੋਕਾਂ ਨੂੰ ਦਿੱਤੇ ਗਏ ਹੈ। ਬਾਕੀ 2 ਲੈਂਗੁਏਜਸ ਲਈ ਨਹੀਂ ਦਿੱਤੇ ਗਏ, ਇਸ ਲਈ ਇਹ 22 ਹੈ। ਤੇ ਇੱਥੇ ਵੀ 20 ਵਿਨਰਸ ਡਿਕਲੇਅਰ ਕੀਤੇ ਗਏ ਹੈ, ਬਾਕੀ 4 ਕੈਟਾਗਰੀਜ਼ ਵਿੱਚ, 4 ਲੈਂਗੁਏਜਸ ਵਿੱਚ ਨਹੀਂ ਦਿੱਤਾ ਗਿਆ ਅਵਾਰਡ ਇਸ ਸਾਲ, ਇਸ ਲਈ ਇਹ ਇਸ ਤਰੀਕੇ ਨਾਲ ਨੰਬਰ ਆਇਆ ਹੈ, ਰਾਈਟ? ਸੁਧਾ ਮੂਰਤੀ ਨਾਮ ਤੁਸੀਂ ਯਾਦ ਰੱਖਣਾ ਹੈ। ਦੇਖੋ ਦਿੱਤਾ ਤਾਂ ਇਹ 22 ਰੈਸੀਪੀਐਂਟਸ ਨੂੰ ਗਿਆ, ਆਪਾਂ ਸਭ ਤਾਂ ਨਹੀਂ ਯਾਦ ਕਰ ਸਕਦੇ, ਬਟ ਸੁਧਾ ਮੂਰਤੀ ਇਜ਼ ਅ ਵੈਰੀ ਇੰਪੋਰਟੈਂਟ ਐਂਡ ਇਨਫਲੂਐਂਸ਼ੀਅਲ ਪਰਸਨੈਲਿਟੀ। ਆਈ ਵਿਲ ਸੁਜੈਸਟ ਯੂ ਆਲ ਟੂ ਰੀਡ ਹਰ ਸਟੋਰੀ ਆਲਸੋ, ਸਪੈਸ਼ਲੀ ਦੀ ਵਿਮਨ। ਵਿਮਨ ਬਹੁਤ ਇਸ਼ੂਜ਼ ਫੇਸ ਕਰਦੀਆਂ ਹੈ different ways who are preparing, who are not preparing. So you need to read the story of this lady, great lady, her personal story, Infosys ਜਿਹੜੀ ਹੈ that is standing on its feet just because of this lady. So if you want to find out the relationship, either put it in the comment section, I'll share the story with you, I'll be very happy to share it with you, or you yourself check it out. Just
ਡੂ ਚੈੱਕ ਇਟ। ਤੁਸੀਂ ਕੇਸ ਸਟੱਡੀ ਦੀ ਤਰ੍ਹਾਂ ਵੀ ਆਪਦੇ ਆਨਸਰਸ ਐਸੇਸ 'ਚ ਯੂਜ਼ ਕਰ ਸਕਦੇ ਹੋ। ਐਵਰੀ ਇਨਫੋਰਮੇਸ਼ਨ ਇਜ਼ ਪੋਸੀਬਲ ਟੂ ਬੀ ਯੂਜ਼ਡ, ਡਿਪੈਂਡਸ ਔਨ ਯੋਰ ਕ੍ਰੀਏਟਿਵਿਟੀ, ਰਾਈਟ। ਸੋ ਇਸ ਤਰੀਕੇ ਦੇ ਬਹੁਤ ਸਾਰੇ ਰਾਈਟਰਸ ਨੂੰ ਦਿੱਤਾ ਗਿਆ ਹੈ। ਤਾਂ ਇੱਕ ਸੁਧਾ ਮੂਰਤੀ ਜੀ ਦਾ ਤੁਸੀਂ ਨਾਮ ਯਾਦ ਰੱਖਣਾ ਹੈ। ਪੰਜਾਬ ਦੇ ਜਿਹੜੇ ਰਾਈਟਰ ਨੂੰ ਮਿਲਿਆ ਹੈ ਬਾਲ ਸਾਹਿਤਿਆ ਲਈ ਗੁਰਮੀਤ ਕਰਿਆਲਵੀ, ਇਹਨਾਂ ਦਾ ਨਾਮ ਯਾਦ ਰੱਖੋ। ਯੁਵਾ ਪੁਰਸਕਾਰ ਸੰਦੀਪ ਨਾਮ ਦੇ ਇੱਕ ਰਾਈਟਰ ਪੰਜਾਬੀ ਵਿੱਚ ਮਿਲਿਆ ਹੈ, ਰਾਈਟ। ਆਲ ਆਫ ਦੀ ਅਦਰਸ ਯੂ ਕੈਨ ਰੀਡ, ਆਲਦੋ ਕੁਐਸਚਨ ਲੈਸ ਲਾਈਕਲੀ ਹੈ ਤੇ ਯਾਦ ਰੱਖਣਾ ਵੀ ਬਹੁਤ ਔਖਾ ਹੈ ਇੰਨੇ ਸਾਰੇ ਨਾਮ, ਬਟ ਪੰਜਾਬ ਦਾ ਐਂਡ ਦਿਸ ਇਜ਼ ਐਨ ਇੰਪੋਰਟੈਂਟ ਨੇਮ, ਇਹ ਐਟਲੀਸਟ ਯਾਦ ਕਰਨ ਦੀ ਕੋਸ਼ਿਸ਼ ਕਰੋ। ਬਾਕੀ ਜਸਟ ਕੁਇਕਲੀ ਗੋ ਥਰੂ ਹੋ ਲਓ, ਕਦੀ ਕੁਛ ਟੱਕ ਹੀ ਕਰ ਜੇ, ਹੈ ਨਾ। ਤੇ ਇਸ ਅਵਾਰਡ ਦੇ ਨਾਲ ਨਾਲ ਦੇਖੋ ਕਾਪਰ ਪਲੈਕ ਮਿਲਦਾ ਹੈ ਵਿਨਰ ਨੂੰ, ਤੇ 50,000 ਦਾ ਚੈੱਕ ਹਰ ਵਿਨਰ ਨੂੰ ਦਿੱਤਾ ਜਾਂਦਾ ਹੈ ਜਦੋਂ ਵੀ ਸੈਰੇਮਨੀ, ਰਾਈਟ। ਇਹ ਤੇ ਪ੍ਰੀਲਿਮਸ ਬੇਸ ਮਲਟੀਪਲ ਸਟੇਟਮੈਂਟ ਕੁਐਸਚਨ ਬਣ ਸਕਦੇ ਆ, ਜਿਵੇਂ ਨੈਪ 'ਚ ਇਸ ਵਾਰ ਮਲਟੀਪਲ ਸਟੇਟਮੈਂਟਸ ਆਈਆਂ ਹੈ। ਪਹਿਲਾਂ ਤਾਂ 1-2 ਸਟੇਟਮੈਂਟ ਹੀ ਪਾਉਂਦੇ ਸੀ, ਇਸ ਵਾਰ 3-3 4-4 ਸਟੇਟਮੈਂਟਸ ਪਾਈਆਂ ਨੇ। ਸੋ ਇਹੋ ਜਿਹੇ ਮਲਟੀਪਲ ਸਟੇਟਮੈਂਟਸ ਕੁਐਸਚਨਸ ਇੱਥੋਂ ਹੀ ਬਣਦੇ ਨੇ, right? So try to remember this. This is very important, right? That is all for this discussion. If you have any doubt, query regarding your preparation for UPSC or PPSC or even any other state services examination, just message us on this number. We are there to assist you, and please go through the details of this program. This is going to benefit you hugely if you are preparing for any state's civil services examination or UPSC, right? That is all for today. Thank you so much for watching.